अच्छा आर्काइव ਦਾ ਕਨਸੈਪਟ ਹੁੰਦਾ ਹੈ ਈਮੇਲਸ ਦੇ ਵਿੱਚ ਨਾ ਆਰਕਾਈਵ ਕੀ ਕਰਦਾ ਕਿ ਤੁਹਾਡੀ ਹਰ ਈਮੇਲ ਦੀ ਇੱਕ ਕਾਪੀ ਕ੍ਰੀਏਟ ਕਰਦਾ ਲੋਕਲ ਸਰਵਰ ਦਾ ਇੱਕ ਵੀ ਬੜਾ ਬੈਨੀਫਿਟ ਹੈਗਾ ਕਿ ਤੁਹਾਡੀ ਜਿੰਨੀ ਵੀ ਈਮੇਲ ਟ੍ਰਾਂਜੈਕਸ਼ਨਸ ਹੈਗੀ ਇਨ ਔਰ ਆਊਟ ਉਹ ਇੱਕ ਜਗ੍ਹਾ ਤੇ ਮੋਨੀਟਰ ਹੋ ਜਾਂਦੀ ਇੱਕ ਜਗ੍ਹਾ ਤੇ ਰਿਕਾਰਡ ਹੋ ਜਾਂਦੀ ਸਮਹਾਉ ਤੁਹਾਡੇ ਕਿਸੇ ਸਾਡੇ ਡਾਇਰੈਕਟਰਸ ਦੀ ਰਿਕੁਆਇਰਮੈਂਟ ਨਿਕਲ ਆਉਂਦੀ ਹੈ ਤੁਹਾਡੇ ਕਿਸੇ ਡਾਇਰੈਕਟਰ ਦੀ ਰਿਕੁਆਇਰਮੈਂਟ ਨਿਕਲ ਜਾਂਦੀ ਹੈ ਜਿੰਨੇ ਵੀ ਬੰਦੇ ਈਮੇਲ ਕਰ ਰਹੇ ਨਾ ਮਿਲ ਦੇ ਅੰਦਰ ਜਾਂ ਮਿਲ ਦੇ ਬਾਹਰ ਹਰ ਇੱਕ ਦੀ ਕਾਪੀ ਇੱਕ ਮੈਨੂੰ ਮਿਲਣੀ ਚਾਹੀਦੀ ਇੱਕ ਮੇਰੇ ਅਕਾਊਂਟ 'ਚ ਡਿਲੀਵਰ ਹੋਣੀ ਚਾਹੀਦੀ ਮੈਂ ਚੈੱਕ ਕਰਾਂ ਕਿ ਕੀ ਕਰਦੇ ਪਏ ਸਾਰਾ ਦਿਨ ਉਹਨਾਂ ਦੀ ਟ੍ਰਾਂਜੈਕਸ਼ਨਸ ਕਿਤੇ ਸਾਰਾ ਦਿਨ ਬੈਠ ਕੇ ਸੀਵੀਆਂ 'ਤੇ ਨਹੀਂ ਡਰੋਪ ਕਰਦੇ ਰਹਿੰਦੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਮੋਨੀਟਰ ਕੀਤੀਆਂ ਜਾਂਦੀਆਂ ਅਗਰ ਕੋਈ ਮਾਰਕੀਟਿੰਗ ਪਰਸਨ ਹੈਗਾ ਤੇ ਉਹ ਅਗਰ ਕੋਟ ਕਰ ਰਿਹਾ ਉਹਨੂੰ ਕੋਈ ਈਮੇਲ ਆ ਰਹੀ ਹੈ ਉਹਦੇ ਕੋਲ ਸਕਿਪ ਹੋ ਗਈ ਜਾਂ ਤੁਸੀਂ ਮੋਨੀਟਰ ਕਰ ਲਿੱਤਾ ਉਹਨੂੰ ਫੋਲੋ ਅਪ ਤੁਸੀਂ ਮੰਗ ਲਿਆ ਉਹਦੇ ਕੋਲੋਂ ਜਾਂ ਉਹਨੂੰ ਜਲਦੀ ਰਿਪਲਾਈ ਕਰ ਦੀ ਪ੍ਰਾਇੋਰਟੀ ਦੇ ਜਾਂ ਕਿਸੇ ਹੋਰ ਨੇ ਇੰਟਰਨਲੀ ਕਿਸੇ ਵੈਂਡਰ ਨੂੰ ਵੀ ਈਮੇਲ ਕੀਤੀ ਤਾਂ ਕ੍ਰੋਸ ਚੈੱਕ ਹੋ ਜਾਂਦੀ ਈਮੇਲ ਦੀ ਹਰ ਇੱਕ ਦੀ ਕਾਪੀ ਤੁਹਾਨੂੰ ਚਾਹੀਦੀ ਇਨ ਕੇਸ ਆਫ ਦੈਟ ਫਿਰ ਅਸੀਂ ਕੀ ਕਰਦੇ ਹਾਂ ਇਹਦਾ ਆਰਕਾਈਵ ਆਪਸ਼ਨ ਐਕਟਿਵ ਕਰ ਲੈਂਦੇ ਹਾਂ ਆਰਕਾਈਵ ਦੋਨਾਂ ਤਰ੍ਹਾਂ ਦੀ ਲੱਗ ਜਾਂਦੀ ਇਨਬਾਊਂਡ ਔਰ ਆਊਟਬਾਊਂਡ ਦੋਨਾਂ ਤੇ ਆਰਕਾਈਵ ਲੱਗ ਜਾਂਦੀ ਠੀਕ ਹੈ ਇਨਬਾਊਂਡ ਆਊਟਬਾਊਂਡ ਆਰਕਾਈਵ ਵਾਸਤੇ ਇੱਕ ਐਡਰੈਸ ਤੁਹਾਨੂੰ ਡਿਫਾਈਨ ਕਰਵਾਉਣਾ ਪੈਂਦਾ ਇੱਕ ਐਡਰੈਸ ਦੇਣਾ ਪੈਂਦਾ ਜਿਹਦੇ ਤੇ ਹਰ ਇੱਕ ਈਮੇਲ ਦੀ ਕਾਪੀ ਜਾਵੇ ਲਾਈਕਵਾਈਜ਼ ਇੱਥੇ ਅਸੀਂ ਕਹਿ ਦਿੱਤਾ ਬੈਕਅਪ ਐਟ ਜਾਂ ਆਰਕਾਈਵ ਐਟ ਜੋ ਤੁਹਾਡੀ ਮਰਜ਼ੀ ਹੈਗੀ ਐਟ test.fs ਉਹ ਕਹਿੰਦਾ ਜੀ ਮਲਟੀਪੌਪ ਮੇਲਾਂ ਵੀ ਆਰਕਾਈਵ 'ਚ ਇਨਕਲੂਡ ਕਰਵਾਉਣੀਆਂ ਮੈਂ ਕਿਹਾ ਯੈਸ ਕਰੋ ਕਹਿੰਦਾ ਜੀ ਸਪੈਮ ਮੈਸੇजेस ਇਨਕਲੂਡ ਕਰਵਾਉਣੇ ਆ ਨਹੀਂ ਕਰਵਾਉਣੇ ਆ ਤੁਹਾਡੀ ਮਰਜ਼ੀ ਹੈਗੀ ਹੈ ਇਹਨੂੰ ਅਗਰ ਲਗਾਉਣਾ ਹੈ ਸਪੈਮ ਅਗਰ ਕੋਈ ਮੈਸੇਜ ਸਪੈਮ ਰੇਟ ਹੋ ਰਿਹਾ ਵਾ ਤੇ ਉਹਨੂੰ ਵੀ ਤੁਸੀਂ ਆਰਕਾਈਵ ਕਰਾਉਣਾ ਵਾ ਤੇ ਕਰਵਾ ਸਕਦੇ archive forward messages require content filter processing हाँ जी forward message अगर कोई मैसेज forward ਹੁੰਦਾ ਉਹਨੂੰ ਵੀ archive ਕਰਨਾ ਕਿ ਨਹੀਂ ਕਰਨਾ ਹਰ ਤਰ੍ਹਾਂ ਦੀ archiving ਕਰਨੀ ਹੈ ਤੇ ਕਰਨੀ ਹੈ ਅੱਛਾ ਹੁਣ ਇਹ ਅਗਲੀ ਆਪਸ਼ਨ ਹੈਗੀ ਆ provide separate domain ਜਦੋਂ ਮਲਟੀਪਲ ਡੋਮੇਨਸ ਤੁਸੀਂ ਯੂਜ਼ ਕਰਨੀਆਂ ਨਾ ਉਹਦੇ ਵਿੱਚ ਤੁਹਾਨੂੰ ਚੈੱਕ ਕਰਨਾ ਕਿ ਇੱਕ ਹੀ ਦੇ 'ਚ ਦੋ ਡੋਮੇਨਾਂ ਅਗਰ ਤੁਸੀਂ ਯੂਜ਼ ਕਰ ਰਹੇ ਹੋ ਉਹਦੀ ਆਰਕਾਈਵਿੰਗ ਕਰਨੀ ਹੈ ਸਾਡੀ ਸਿੰਗਲ ਹੈਗੀ ਸਾਨੂੰ ਜ਼ਰੂਰਤ ਨਹੀਂ ਹੈ based on recipient address ਆ based on sender address ਆ ਦੋਨਾਂ ਦੀ ਬੇਸ ਦੇ ਉੱਪਰ ਤੁਸੀਂ ਆਰਕਾਈਵਿੰਗ ਕਰਵਾਉਣੀ ਹੈ ਜਿਹਨੂੰ ਵੀ ਚੈੱਕ ਕਰ ਸਰ ਇਸ ਕੇਸ 'ਚ ਅਗਰ ਅਸੀਂ ਆਰਕਾਈਵ ਦਾ ਐਡਰੈਸ ਨਹੀਂ ਦਿੰਦੇ ਨੀਚੇ ਕੋਈ ਵੀ ਈਮੇਲ ਬਾਉਂਸ ਬੈਕ ਹੋਏਗੀ ਇਹਨੂੰ ਅਗਰ ਚੈੱਕ ਲਗਾ ਦਿੰਦੇ ਹੋ ਇੱਥੇ ਐਡਰੈਸ ਆਰਕਾਈਵ ਦਾ ਕੋਈ ਵੀ ਨਹੀਂ ਦਿੰਦੇ ਈਮੇਲ ਯੂਜ਼ਰ ਨੂੰ ਬਾਉਂਸ ਹੋਏਗੀ ਹਰ ਈਮੇਲ ਦੇ ਜਵਾਬ ਦੇ ਵਿੱਚ ਬਾਉਂਸ ਬੈਕ ਈਮੇਲ ਜਾਏਗੀ ਕਿ ਆਰਕਾਈਵ ਐਡਰੈਸ ਐਡਰੈਸ ਡਿਫਾਈਨ ਤੇ ਕਰਨਾ ਹੀ ਪੈਣਾ ਔਰ ਇਹ ਐਡਰੈਸ ਬਣਾਉਣਾ ਵੀ ਪੈਣਾ ਐਡਰੈਸ ਬਣਾਉਣਾ ਮੈਂ ਇਸ ਤਰ੍ਹਾਂ ਹੀ ਸਰ ਬਣਾਇਆ ਹੋਇਆ ਲੇਕਿਨ ਨਾ ਇਹਦੇ ਵਿੱਚ ਈਮੇਲਸ ਜਿਹੜੀਆਂ ਇਹਦੇ ਵਿੱਚ ਸਾਰੀਆਂ ਈਮੇਲਸ ਆਉਂਦੀਆਂ ਵਾ ਉਹੀ ਬੇਸਿਕਲੀ ਅਲੱਗਾ ਤੋਂ ਉਹਨੂੰ ਉਹਦੇ ਫੋਲਡਰ 'ਚ ਇੱਕ ਫੋਲਡਰ ਦੇ ਵਿੱਚ ਕਰ ਦਿੰਦੇ ਹੋ ਨਾ ਉਹ ਇਹਦੇ ਵਿੱਚ ਹੀ ਈਮੇਲਾਂ ਕਿਸ ਜਗ੍ਹਾ ਤੇ ਈਮੇਲਾਂ ਜਾਣ ਕੇ ਹਰ ਇੱਕ ਜਿਹੜੀ ਵੀ ਈਮੇਲ ਹੈ XYZ ਨੇ ਈਮੇਲ ਇੱਕ ਅਲੀ ਨੇ ਈਮੇਲ ਕੀਤੀ ਇੱਕ ਨਵੀਦ ਨੇ ਇੱਕ ਈਮੇਲ ਕਰਨਾਨ ਨੇ ਈਮੇਲ ਕੀਤੀ ਉਹ ਸਾਰਿਆਂ ਦੀ ਈਮੇਲ ਦੀ ਕਾਪੀ ਇਸ ਈਮੇਲ ਦੇ ਵਿੱਚ ਡਿਲੀਵਰ ਹੋਵੇ ਇਹ ਇੱਕ ਈਮੇਲ ਉਠਾ ਕੇ ਅਸੀਂ ਕਨਫੀਗਰ ਕਰਨਾ ਅਸੀਂ ਉਸ ਯੂਜ਼ਰ ਦੇ ਉੱਤੇ ਇਕੱਲਾ ਈਮੇਲ ਕਨਫੀਗਰ ਤੇ ਨਹੀਂ ਨਾ ਕਰਨਾ ਹੈਗਾ ਮਤਲਬ 250 ਈਮੇਲ ਚੱਲਦੇ 250 ਈਮੇਲ ਤੇ ਥੋੜੀ ਨਾ ਤੁਸੀਂ ਜਾ ਕੇ ਓਨਰ ਦੇ ਕਨਫੀਗਰ ਕਰ ਰਹੇ ਹੋ ਤੁਸੀਂ ਇੱਕ ਸਿੰਗਲ ਈਮੇਲ ਕਨਫੀਗਰ ਕਰਨਾ ਸਮਝ ਗਿਆ ਤੁਹਾਡੀ ਗੱਲ ਮੈਂ ਐਕਚੁਅਲੀ ਨਾ ਇਹਦਾ ਕਹਿ ਰਿਹਾ ਸੀ ਇਹ ਜਦੋਂ ਕਰਦੇ ਆ ਨਾ ਇਹ ਤੇ ਚਲੋ ਇੱਕ ਆ ਨਾ ਇਹ ਸਭ ਦੀਆਂ ਆ ਜਾਂਦੀਆਂ ਇਹ ਆਪਸ਼ਨਸ ਅਸ ਕੀ ਕਹਿੰਦੇ ਹੋ ਤੁਸੀਂ ਭਾਈ ਇਹ ਕਹਿ ਰਿਹਾ ਕਿ ਇਨਬਾਊਂਡ ਈਮੇਲ ਇਹਨੂੰ ਹਟਾ ਦਿਓ ਚੱਕ ਨਹੀਂ ਨਾ ਹਟਾਓ ਸਰ ਠਹਿਰ ਜਾਓ ਹਟਾ ਦਿਓ ਨਾ ਉਹ ਕਹਿ ਰਿਹਾ ਸਿਰਫ ਔਰ ਸਿਰਫ ਇਨਬਾਊਂਡ ਈਮੇਲ ਨੂੰ ਕਾਪੀ ਕਰੇ ਆਰਕਾਈਵ ਐਸ ਫੋਲਡਰ ਹਾਂਜੀ ਆਊਟਬਾਊਂਡ ਜਿਹੜੀ ਵੀ ਈਮੇਲ ਸੈਂਡ ਹੋਈ ਉਹਨੂੰ ਨਾ ਕਾਪੀ ਕਰੇ ਸਿਰਫ ਜਿਹੜੀ ਈਮੇਲ ਇਨ ਹੋ ਰਹੀ ਹੈ ਨਾ ਮਤਲਬ ਹੁਣ ਇਨ ਕੇਸ ਇਸ ਕੇਸ ਦੇ ਵਿੱਚ ਤੁਹਾਨੂੰ ਇੱਕ ਕਸਟਮਰ ਨੇ ਤੁਹਾਨੂੰ ਈਮੇਲ ਸੈਂਡ ਕਰ ਦਿੱਤੀ ਉਹ ਤੁਹਾਡੇ ਇਨਬਾਕਸ 'ਚ ਆ ਰਹੀ ਉਹਦੀ ਇਨਵਰਡ ਟ੍ਰੈਫਿਕ ਹੈ ਇਨਬਾਊਂਡ ਟ੍ਰੈਫਿਕ ਉਹ ਤੁਹਾਡੀ ਆਰਕਾਈਵ 'ਚ ਕਾਪੀ ਹੋ ਗਈ ਇੱਕ ਈਮੇਲ ਤੁਸੀਂ ਸੈਂਡ ਕੀਤੀ ਕਸਟਮਰ ਨੂੰ ਉਹ ਈਮੇਲ ਇਹਦੇ 'ਚ ਕਾਪੀ ਨਹੀਂ ਹੋਏਗੀ ਇਨਬਾਊਂਡ ਔਰ ਆਊਟਬਾਊਂਡ ਦਾ ਕਨਸੈਪਟ ਹੈ ਮੈਂ ਕਰਨਾ ਤੁਸੀਂ ਇਹ ਫਾਈਨਲ ਕਰ ਲਓ ਫਿਰ ਬਾਅਦ 'ਚ ਮੈਂ ਕਰਾਂ ਪ੍ਰੋਨਿੰਗ ਦਾ ਕਨਸੈਪਟ ਕੀ ਹੈਗਾ ਇੱਕ ਤੁਹਾਡਾ ਇੱਕ ਸਟੋਰੇਜ ਹੈ ਡਰਾਈਵ ਹੈ ਤੁਹਾਡੀ ਉਸ ਡਰਾਈਵ ਦੇ ਉੱਪਰ ਇੱਕ ਲਿਮਿਟਡ ਸਟੋਰੇਜ ਹੈਗੀ ਠੀਕ ਹੈ ਤੁਹਾਡੇ 400 ਯੂਜ਼ਰ ਹੋ ਗਏ ਡੇਲੀ ਦਾ ਤੁਹਾਡਾ ਡੇਟਾ ਆ ਰਿਹਾ ਲਾਈਕਵਾਈਜ਼ 4 GB ਦਾ ਈਮੇਲ ਕੰਜ਼ੰਪਸ਼ਨ ਤੁਹਾਡੀ ਈਮੇਲ ਟ੍ਰੈਫਿਕ 4 GB ਦੀ ਹੈ ਔਰ 50 GB ਦਾ ਤੁਹਾਡਾ ਜਿਹੜਾ ਨਾ ਪਾਰਟੀਸ਼ਨ ਹੈਗੀ 50 GB ਦੀ ਉਹ ਡਰਾਈਵ ਹੈਗੀ 12/48 ਤੁਸੀਂ ਮੈਕਸਿਮਮ 12 ਦਿਨ ਦਾ ਡੇਟਾ ਉੱਥੇ ਕਾਪੀ ਰੱਖ ਸਕਦੇ ਹੋ ਠੀਕ ਹੈ 13ਵੇਂ ਦਿਨ ਦਾ ਡਰਾਈਵ ਫੁੱਲ ਹੋ ਜਾਏਗੀ ਤੇ
ईमेल चोक होनी शुरू हो जाएंगी, बाउंस होनी शुरू हो जाएंगी, ईमेल सर्वर बंद हो जाएगा एक्चुअली, तो स्पेस नहीं मिलेगी। ਪੁਰਾਣੀ ਚ ਕਹਿ ਇਹ ਰਿਹਾ ਹੁੰਦਾ ਕਿ ਤੁਸੀਂ ਇੱਕ ਸਪੈਸੀਫਿਕ ਨੰਬਰ ਆਫ ਡੇਜ਼ ਤੋਂ ਪੁਰਾਣੀਆਂ ਈਮੇਲਾਂ ਆਟੋਮੈਟਿਕਲੀ ਵਾਈਪ ਆਊਟ ਕਰੀ ਜਾਵੇ, ਠੀਕ ਹੈ। ਅਸੀਂ ਆਪਣੀ ਸਪੇਸ ਕੈਲਕੂਲੇਟ ਕਰੀਦੀ ਹੈ ਯੂਜੂਅਲੀ, ਉਹ ਸਪੇਸ ਨੂੰ ਬੇਸ ਕਰਦਿਆਂ ਹੋਇਆਂ ਅਸੀਂ ਕੋਈ ਵੀ ਮਤਲਬ ਇੱਕ ਦਿਨ ਤੋਂ ਲੱਗ ਕੇ 50 ਦਿਨ 60 ਦਿਨ ਤੱਕ ਦਾ ਬੈਕਅਪ ਅਸੀਂ ਆਪਣੇ ਸਰਵਰ ਤੇ ਰੱਖ ਲਈਦਾ ਅਕੋਰਡਿੰਗ ਟੂ ਯੂਅਰ ਵਿਲ। ਨਾਰਮਲੀ ਅਸੀਂ ਇਹੀ 4 ਦਿਨ ਮਿਨੀਮਮ ਸਾਡੇ ਕੋਲ 4 ਦਿਨ ਦਾ ਵਾ, ਮੈਕਸੀਮਮ ਸਾਡੇ ਕੋਲ ਇੱਕ ਸਰਵਰ 3 ਦਿਨ ਦਾ ਵਾ, ਤਾਂ ਇਸ ਤਰੀਕੇ ਨਾਲ ਇਹਨੂੰ ਅਸੀਂ ਵੇਰੀ ਕਰੀਦਾ ਇਹਦੇ ਵਿੱਚ ਰੱਖ ਕੇ ਈਮੇਲਾਂ। ਬਾਕੀ ਈਮੇਲਾਂ ਜਿਹੜੀਆਂ ਵਾ ਉਹ ਕਾਪੀ ਕਰੀ ਜਾਂਦੀਆਂ ਡੇਲੀ ਬੇਸਿਸ ਤੇ ਆਟੋ ਬੈਕਅਪ ਲਗਾ ਕੇ ਨਾ, ਸ਼ਡਿਊਲਿੰਗ ਲਗਾ ਕੇ ਉਹ ਕਾਪੀ ਕਰਕੇ ਐਕਸਟਰਨਲ ਡਰਾਈਵ ਤੇ ਸੁੱਟੀ ਜਾਂਦੀਆਂ, ਉੱਥੇ ਕਾਪੀ ਹੁੰਦੀਆਂ ਰਹਿੰਦੀਆਂ, ਉੱਥੇ ਪਈਆਂ ਰਹਿੰਦੀਆਂ। ਲੇਕਿਨ ਐਕਚੁਅਲ ਡਰਾਈਵ ਦੇ ਉੱਤੋਂ ਨਾ 4 ਦਿਨ ਬਾਅਦ ਜਾਂ 8 ਦਿਨ ਬਾਅਦ ਜਾਂ 15 ਦਿਨ ਬਾਅਦ 20 ਦਿਨ ਬਾਅਦ 1 ਮਾਹ ਬਾਅਦ 60 ਡੇਜ਼ ਬਾਅਦ ਉਹ ਈਮੇਲਾਂ ਪੁਰਾਣੀਆਂ 61ਵੇਂ ਦਿਨ ਦੀ ਅਗਰ 60 ਡੇਜ਼ ਦਾ ਟਾਈਮ ਲੱਗਾ ਤੇ 61ਵੇਂ ਦਿਨ ਦੀਆਂ ਵਾਈਪ ਆਊਟ ਹੋ ਜਾਂਦੀਆਂ। ਉਹਦਾ ਕਾਫੀ ਹੱਦ ਤੱਕ ਫਾਇਦਾ ਹੋ ਜਾਂਦਾ ਕਿਸੇ ਵਜ੍ਹਾ ਤੋਂ ਤੁਹਾਡੀ ਯੂਜ਼ਰ ਦੀ ਜਿਹੜੀ ਫਾਈਲ ਰੀਸੈਟ ਹੋ ਗਈ ਹੈ, ਕਿਸੇ ਵਜ੍ਹਾ ਤੋਂ ਹਾਈ ਵਾਟਰ ਫਾਈਲ ਰੀਸੈਟ ਹੋ ਗਈ, ਯੂਜ਼ਰ ਨੂੰ ਘੱਟ ਤੋਂ ਘੱਟ ਈਮੇਲ ਮਿਲਦੀ ਹੈ, ਮਤਲਬ ਅਗਰ 4 ਦਿਨ ਦਾ ਤੁਸੀਂ ਬੈਕਅਪ ਰੱਖਿਆ ਵਾ ਨਾਰਮਲੀ। ਹੁਣ ਹੋ ਕੀ ਰਿਹਾ ਹੁੰਦਾ ਇਹਨੂੰ ਬੇਸ ਕਰਨ ਤੇ ਇੱਕ ਹੋਰ ਵੀ ਚੀਜ਼ ਦਾ ਖਿਆਲ ਰੱਖੀਦਾ ਕਿ ਤੁਹਾਡਾ ਇੱਕ ਯੂਜ਼ਰ ਆ ਮੈਕਸੀਮਮ ਕਿਤਨੀ ਲੀਵਸ ਕਰ ਸਕਦਾ। ਮਤਲਬ ਸਪੋਜ਼ ਤੁਸੀਂ 2 ਦਿਨ ਦਾ ਬੈਕਅਪ ਰੱਖਿਆ ਤੇ 2 ਦਿਨ ਬਾਅਦ ਆਰਕਾਈਵ ਆਟੋਮੈਟਿਕਲੀ ਇਹਦੇ ਚੋਂ ਬਰਨ ਹੋ ਜਾਏ, ਮੇਲ ਹੋਣੇ ਯਾਰ ਖਤਮ ਹੋ ਜਾਏ। ਇੱਕ ਯੂਜ਼ਰ ਤੁਹਾਡਾ 3 ਦਿਨ ਤੋਂ ਬਾਅਦ ਆਇਆ, ਉਹਨੇ 3 ਦਿਨ ਦੀ ਈਮੇਲ ਸਿੰਕ ਹੀ ਨਹੀਂ ਕੀਤੀ, ਸੋ ਉਹਨੂੰ ਤੁਸੀਂ ਬੈਕਅਪ ਦੇ ਵਿੱਚੋਂ ਈਮੇਲ ਦੇਣੀ ਹੁੰਦੀ ਹੈ, ਠੀਕ ਹੈ। ਫਿਰ ਉਹ ਤੁਸੀਂ ਤੁਹਾਡਾ ਉਹ ਬੈਕਅਪ ਲੈਵਲ ਵੀ ਸਟਰੋਂਗ ਹੋਣਾ ਚਾਹੀਦਾ। ਸੋ ਨਾਰਮਲੀ ਇੱਕ ਹਫ਼ਤੇ ਤੋਂ ਲੱਗ ਕੇ ਤੁਸੀਂ 2 ਮਾਹ ਤੱਕ 3 ਮਾਹ ਤੱਕ ਜਿੱਦਾਂ ਤੁਹਾਡਾ ਮਤਲਬ ਸਰਵਰ ਸਪੋਰਟ ਕਰਦਾ ਉਦੋਂ ਤੱਕ ਤੁਸੀਂ ਵਰਕ ਸਕਦੇ ਹੋ। ਸੋ ਰਨਿੰਗ ਇਹਦਾ ਇਹ ਹੈਗਾ, ਕੁਆਰੰਟਾਈਨ ਡਿਲੀਟ ਕਰਨੀਆਂ ਵਗੈਰਾ ਇਹਨੂੰ ਚੈੱਕ ਨਹੀਂ ਹੁੰਦਾ, ਨਾਰਮਲੀ ਅਸੀਂ ਇਹੀ ਚੈੱਕ ਲਗਾਈਦਾ ਹੈਗਾ। ਇਹ ਸਰ ਬੇਸਿਕਲੀ ਜਿਹੜੀ ਯੂਜ਼ਰ ਦੀ ਈਮੇਲ ਐਗਜ਼ਿਸਟ ਕਰ ਰਹੀ ਹੁੰਦੀ ਸਾਡੇ ਡੈਮਨ ਦੇ ਵਿੱਚ, ਉਹਦੇ ਲੀਵ ਅ ਕਾਪੀ ਔਨ ਸਰਵਰ ਵਾਲਾ ਕੇਸ ਹੁੰਦਾ ਨਾ, ਐਕਚੁਅਲੀ ਲੀਵ ਅ ਕਾਪੀ ਔਨ ਸਰਵਰ ਵਾਲਾ ਕੇਸ। ਅਨਨੋਨ ਈਮੇਲ ਕਹਿੰਦਾ ਕਿੱਥੇ ਡਿਲੀਵਰ ਹੋਇਆ। ਅੱਛਾ ਸੌਰੀ, ਇੱਥੇ ਸਰ ਆਰਕਾਈਵ ਤੇ ਕੋਈ ਇਫੈਕਟ ਨਹੀਂ ਨਾ, ਉਹ ਤਾਂ ਸੈਪਰੇਟ ਬੈਕਅਪ ਜਾਈ ਜਾਣਾ ਨਾ ਉਹਦੇ ਚ। ਨਹੀਂ ਆਰਕਾਈਵ ਵੀ ਸਰ 15 ਦਿਨ ਜਿੱਥੇ ਤੁਸੀਂ ਪ੍ਰੋਨਿੰਗ ਸੈੱਟ ਕਰਦੇ ਨਹੀਂ, ਆਰਕਾਈਵ ਵੀ ਉੱਥੇ ਹੀ ਕਾਪੀ ਹੋਣੀ ਆ, ਉਸ ਤੋਂ ਪੁਰਾਣੀਆਂ ਆਰਕਾਈਵ ਚ ਵੀ ਸਟੋਰੇਜ ਸਟੋਰ ਕਰਨੀ ਨਾ ਤੁਸੀਂ। ਆਰਕਾਈਵ ਚ ਅਗਰ ਕਾਪੀ ਹੁੰਦੀਆਂ ਰਹੀਆਂ ਤੇ ਉਹ ਤੇ ਫਰਕ ਹੁੰਦਾ ਰਿਹਾ ਨਾ। ਅਨਨੋਨ ਈਮੇਲ ਦਾ ਬਿਹੇਵੀਅਰ ਕੀ ਹੋਏਗਾ, ਕਹਿੰਦਾ ਅਗਰ ਕੋਈ ਈਮੇਲ ਐਸੀ ਸੈਂਡ ਹੋ ਗਈ ਤੁਹਾਡੇ ਅਕਾਊਂਟ ਦੇ ਉੱਪਰ ਜਿਹਦਾ ਯੂਜ਼ਰ ਨਹੀਂ ਹੈਗਾ ਤੇ ਉਹਨੂੰ ਕੀ ਮੈਸੇਜ ਆਵੇ, ਨੋ ਸੱਚ ਯੂਜ਼ਰ ਦਾ ਮੈਸੇਜ ਚਲਾ ਜਾਵੇ ਉਹਨੂੰ, ਠੀਕ ਆ, ਪੋਸਟ ਮਾਸਟਰ ਏਲੀਅਸ ਦੇ ਨਾਲ ਜਾਵੇ ਤੇ ਬੈਡ ਮੈਸੇਜ ਚਲਾ ਜਾਵੇ। ਯਾਨੀ ਕਿ ਤਿੰਨੋਂ ਇੱਕ ਹੀ ਚੀਜ਼ ਹੈ, ਇੱਕ ਹੀ ਮੈਸੇਜ ਆਏਗਾ ਲੋਕਲ ਦੇ ਉੱਪਰ, ਕਿ ਇਹਦੇ ਉੱਤੇ ਇਨਕਮਿੰਗ ਮੇਲ ਸੈਂਡ ਟੂ ਲੋਕਲ ਯੂਜ਼ਰ। ਅਗਰ ਇੱਕ ਯੂਜ਼ਰ ਹੈਗਾ ਉਹਨੇ ali@test.fsd ਤੇ ਈਮੇਲ ਸੈਂਡ ਕਰ ਦਿੱਤੀ, ਐਕਚੁਅਲੀ ali@test.fsd ਬਣਿਆ ਹੀ ਨਹੀਂ ਹੋਇਆ, ਉਹ ਕੀ ਕਰੇਗਾ, ਉਹਨੂੰ ਰਿਟਰਨ ਕਰੇ ਮੈਸੇਜ ਕਿ ਅਨਨੋਨ ਯੂਜ਼ਰ ਹੈਗਾ ਮੇਰੇ ਕੋਲ, ਨੋ ਸੱਚ ਯੂਜ਼ਰ ਮੇਰੇ ਕੋਲ ਯੂਜ਼ਰ ਨਹੀਂ ਬਣਿਆ ਹੋਇਆ। ਅਦਰ ਵੀ ਕੋਈ ਬਿਹੇਵੀਅਰ ਹੈਗਾ, ਕੋਈ ਗਲਤ ਬਾਹਰੋਂ ਵੀ ਅਗਰ ਕੋਈ ਈਮੇਲ ਸੈਂਡ ਕਰੇਗਾ ਇਨਬਾਊਂਡ ਚ ਜਿਹੜੀ ਵੀ ਈਮੇਲ ਹਿੱਟ ਕਰੇਗੀ, ਅਗਰ ਉਹਨੂੰ ਈਮੇਲ ਨਹੀਂ ਹੋਏਗਾ ਤਾਂ ਉਹਨੂੰ ਇਹ ਮੈਸੇਜ ਬਾਉਂਸ ਬੈਕ ਜਾਏਗਾ, ਅਦਰ ਦੈਨ ਤੁਹਾਡੀ ਇੰਟਰਨਲ ਡੋਮੇਨ ਵੀ ਅਗਰ ਬਾਹਰੋਂ ਵੀ, ਕਿਉਂਕਿ ਇਨਬਾਊਂਡ ਨੂੰ ਜਿਹੜਾ ਮੈਸੇਜ ਹਿੱਟ ਕਰੇਗਾ ਇਨਬਾਊਂਡ ਦੇ ਉੱਪਰ ਹੈ ਰੂਲ ਲੱਗਾ ਹੈ। ਡੋਮੇਨ ਸ਼ੇਅਰਿੰਗ ਕਿ ਕੋਈ ਅਗਰ ਫੋਲਡਰ ਤੁਸੀਂ ਜਾਂ ਕੋਈ ਹੋਸਟ ਆਈਪੀ ਵਗੈਰਾ ਤੁਸੀਂ ਸ਼ੇਅਰ ਕਰਨਾ, ਯੂਜੂਅਲੀ ਇਹ ਯੂਜ਼ ਨਹੀਂ ਹੁੰਦਾ, ਪਹਿਲੇ ਹੀ ਕਲੀਅਰ ਯੂਜ਼ ਨਹੀਂ ਹੁੰਦਾ। ਲੇਕਿਨ ਅਗਰ ਕੋਈ ਤੁਸੀਂ ਆਪਣਾ ਡੋਮੇਨ ਸ਼ੇਅਰ ਕਰਵਾਉਣੀ ਹੈਗੀ ਆ, ਡੋਮੇਨ ਦੇ ਉੱਪਰੋਂ ਤੁਸੀਂ ਮਤਲਬ ਕਹਿ ਲਓ ਯਾਰ ਕਿਸ ਤਰੀਕੇ ਨਾਲ ਡਿਸਕ੍ਰਾਈਬ ਕੀਤਾ ਜਾ ਸਕਦਾ ਕਿ ਡੋਮੇਨ ਸ਼ੇਅਰਿੰਗ ਬੇਸਿਕਲੀ ਆ ਰਿਹਾ ਹੁੰਦਾ ਕਿ ਡੋਮੇਨ ਪੌਪ ਵਾਸਤੇ ਯੂਜ਼ ਹੋ ਰਿਹਾ ਹੁੰਦਾ ਕਿ ਕੋਈ ਤੁਹਾਡਾ ਇੱਕ ਈਮੇਲ, ਕੋਈ ਐਸਾ ਈਮੇਲ ਆ ਗਿਆ ਜਿਹੜਾ ਈਮੇਲ ਐਗਜ਼ਿਸਟ ਹੀ ਨਹੀਂ ਕਰ ਰਿਹਾ, ਰਾਦਰ ਦੈਨ ਕਿ ਈਮੇਲ ਬਾਉਂਸ ਬੈਕ ਕਰਨ ਦੇ ਉਹਨੂੰ ਇੱਕ ਸਪੈਸੀਫਿਕ ਈਮੇਲ ਅਕਾਊਂਟ ਦੇ ਵਿੱਚ ਈਮੇਲ ਸੁੱਟ ਦੇਵੇ, ਤੁਹਾਡੀ ਈਮੇਲ ਯੂਜ਼ਰ ਨੂੰ ਬਾਉਂਸ ਨਾ ਕਰੇ। ਮਤਲਬ ਬਾਅਦ ਘਰ ਐਸੇ ਵੀ ਹੁੰਦਾ ਕਿ ਕਿਸੇ ਨੇ ਕੋਈ ਸਪੈਲ ਗਲਤ ali.anwar ਆ, ਹੁਣ ali.anwar ਦੇ ਸਪੈਲਿੰਗ ali.anwar ਨਾਰਮਲੀ ਅਸੀਂ ਯੂਜ਼ ਕਰਦੇ ਹਾਂ, ਲੇਕਿਨ ਸਪੈਸ਼ਲ ਯੂਜ਼ਰ ਉਹਨੇ ਕਹਿੰਦੇ ਯਾਰ ਮੇਰਾ ਨਾਮ anwer ਲਿਖ ਦੇ। ਹੁਣ ਅਗਰ anwar ਦੇ ਨਾਲ ਈਮੇਲ ਆ ਗਈ ਤੇ ਉਹ ਓਰੀਜਨਲ ਮੇਲ ਬਾਕਸ 'ਚ ਜ਼ਾਇਆ ਨਾ ਹੋਏ, ਉਹਨੂੰ ਇੱਕ ਸੈਪਰੇਟ ਈਮੇਲ ਬਾਕਸ ਦੇ ਵਿੱਚ ਕਾਪੀ ਕਰ ਲਓ, ਉਹਨੂੰ ਸੈਪਰੇਟ ਈਮੇਲ ਬਾਕਸ ਦੇ ਵਿੱਚ ਕਾਪੀ ਕਰ ਦੇ, ਈਮੇਲ ਨੂੰ ਬਾਉਂਸ ਬੈਕ ਕਰਕੇ ਜ਼ਾਇਆ ਨਾ ਕਰੇ, ਠੀਕ ਆ। ਉਹਦੇ ਵਾਸਤੇ ਤੁਹਾਨੂੰ ਆਈਪੀ ਐਡਰੈਸ ਚਾਹੀਦਾ ਹੋਣਾ ਡੋਮੇਨ ਦਾ, ਜਿਹੜਾ ਕਿ ਤੁਹਾਡਾ ਲੋਕਲ ਸਰਵਰ ਦਾ ਹੋਏਗਾ, ਉਸ ਕੇਸ ਦੇ ਵਿੱਚ 10 ਡਾਟ ਸਮਥਿੰਗ ਹੋਏਗਾ, 10 ਡਾਟ ਸਮਥਿੰਗ।
ਠੀਕ ਹੈ। ਯੂਜ਼ ਨਹੀਂ ਹੋ ਰਿਹਾ ਹੁੰਦਾ ਮੈਥਡ ਯੂਜਲੀ, ਕਿਉਂਕਿ ਅਗਲੇ ਬੰਦੇ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਮੈਂ ਈਮੇਲ ਐਡਰੈਸ ਗਲਤ ਲਿਖ ਦਿੱਤਾ। ਅਗਰ ਤੁਸੀਂ ਈਮੇਲ ਆਕੂਪਾਈ ਕਰ ਲੈਂਦੇ ਹੋ ਨਾ, ਤੇ ਉਹ ਇੱਕ ਮਤਲਬ ਪ੍ਰੋਫੈਸ਼ਨਲ ਵੇ ਨਹੀਂ ਰਹਿ ਜਾਂਦਾ। ਉਹ ਯੂਜ਼ਰ ਐਕਸਪੈਕਟ ਕਰ ਰਿਹਾ ਹੁੰਦਾ, ਲੇਕਿਨ ਉਹ ਕਿ ਮੇਰੀ ਈਮੇਲ ਸਹੀ ਐਡਰੈਸ ਤੇ ਚਲੇਗੀ, ਕਿਉਂਕਿ ਬਾਉਂਸ ਬੈਕ ਨਹੀਂ ਹੋਈ, ਦੈਟ ਮੀਨਸ ਕਿ ਮੇਰੀ ਈਮੇਲ ਸਹੀ ਐਡਰੈਸ ਤੇ ਜਾ ਚੁੱਕੀ ਹੈ। ਲੇਕਿਨ ਐਕਚੁਅਲੀ ਈਮੇਲ ਐਡਰੈਸ ਸਹੀ ਐਡਰੈਸ ਤੇ ਜਾ ਨਹੀਂ ਗਈ ਹੁੰਦੀ। ਇੱਕ ਐਡਮਿਨਿਸਟ੍ਰੇਟਰ ਕਿਸੇ ਵਜ੍ਹਾ ਤੋਂ ਈਮੇਲ ਬਾਕਸ ਚੈੱਕ ਨਹੀਂ ਕਰ ਸਕਿਆ ਹੈ, ਕ੍ਰੋਸ ਵੈਰੀਫਾਈ ਨਹੀਂ ਕਰ ਸਕਿਆ ਉਹਨੂੰ, ਔਰ ਉਹ ਡਿਲੀਵਰ ਨਹੀਂ ਕਰ ਸਕਿਆ। ਪਿਛਲਾ ਬੰਦਾ ਜਿਹੜਾ ਵਾ ਨਾ, ਉਹ ਡਾਊਟਫੁਲ ਚ ਰਹਿ ਗਿਆ। ਸੋ ਇਹ ਨਾਰਮਲੀ ਚੈੱਕ ਬਾਕਸ ਹੁੰਦਾ ਨਹੀਂ ਹੈਗਾ, ਲਗਾਉਣਾ ਵਾ ਤੁਸੀਂ ਲਗਾ ਸਕਦੇ ਹੋ, ਲੇਕਿਨ ਹੁੰਦਾ ਨਹੀਂ ਹੈਗਾ। ਪ੍ਰਾਇਰਟੀ ਈਮੇਲਸ ਵਗੈਰਾ ਬਾਕੀ ਹੋਰ ਵੈਸੇ ਇਹਦੇ ਵਿੱਚ ਹੈ। ਇਹਦੇ ਵਿੱਚ ਡੋਮੇਨ ਪੌਪ ਤੋਂ ਇਲਾਵਾ ਹਾਂ ਡਿਫਾਲਟ ਸਿਗਨੇਚਰਸ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਡੋਮੇਨ ਦੇ ਉੱਤੇ ਜਿਹੜੀ ਵੀ ਈਮੇਲ ਸੈਂਡ ਔਰ ਰਿਸੀਵ ਹੋਵੇ ਨਾ, ਸਿਗਨੇਚਰਸ ਐਕਚੁਅਲੀ ਹੁੰਦਾ ਸੈਂਡ ਵਾਸਤੇ। ਜਿਹੜੀ ਵੀ ਈਮੇਲ ਤੁਹਾਡੇ ਐਡਰੈਸ ਤੋਂ ਸੈਂਡ ਹੋਵੇ, ਉਹਨੂੰ ਇੱਕ ਸਿਗਨੇਚਰਸ ਲੱਗ ਜਾਵੇ, ਇੱਕ ਡਿਫਾਲਟ ਮੈਸੇਜ ਚਲਾ ਜਾਏ। ਲੈਟਸ ਸਪੋਜ਼ ਦੈਟ ਕੋਈ ਤੁਸੀਂ ਮਤਲਬ ਇੱਕ ਡਿਫਾਲਟ ਤੁਹਾਡੀ ਮੈਸੇਜ ਲਗਾਉਣਾ ਚਾਹੁੰਦੇ, ਇਹ ਮੈਸੇਜ ਲੋਕਲ ਯੂਜ਼ਰ ਤੇ ਜਿਹੜੇ ਸਿਗਨੇਚਰਸ ਬਣ ਰਹੇ ਹੁੰਦੇ ਆ ਉਹਨੂੰ ਓਵਰਰਾਈਡ ਕਰਦਾ ਵਾ, ਯਾਨੀ ਉਹਦੇ ਨਾਲ ਨਾਲ ਇਹ ਵੀ ਮੈਸੇਜ ਜਾਏਗਾ, ਦੋਨੋਂ ਹੀ ਜਾਣਗੇ। ਅਗਰ ਕਿਸੇ ਯੂਜ਼ਰ ਦਾ ਲੋਕਲ ਮੈਸੇਜ ਨਹੀਂ, ਲੋਕਲ ਸਿਗਨੇਚਰ ਨਹੀਂ ਲੱਗਾ ਹੋਇਆ, ਤੇ ਇਹ ਤਾਂ ਵੀ ਜਾਏਗਾ, ਕਿਉਂਕਿ ਇਹ ਓਵਰਆਲ ਗਲੋਬਲ ਕੌਨਫੀਗਰੇਸ਼ਨ ਹੈਗੀ ਆ, ਗਲੋਬਲੀ ਹੋ ਰਹੀ ਹੈਗੀ ਹੈ। ਜਿਹੜੀ ਵੀ ਤੁਸੀਂ ਕੌਨਫੀਗਰੇਸ਼ਨ ਨੂੰ ਕਰੋਗੇ, ਇਹਨੂੰ ਤੁਸੀਂ HTML ਫਾਰਮੈਟ 'ਚ ਵੀ ਲਿਜਾ ਸਕਦੇ ਹੋ। ਇਹ ਮਤਲਬ ਅੱਗੇ ਮੈਂ ਜਾ ਕੇ ਤੁਹਾਨੂੰ ਦੱਸ ਸਕਦਾ ਇਹਨੂੰ HTML ਫਾਰਮੈਟ ਦਾ ਚੇਂਜ ਹੁੰਦਾ, ਉਹ HTML ਫਾਰਮੈਟ 'ਚ ਵੀ ਹੋ ਜਾਂਦਾ, ਯਾਨੀ ਇਹਨੂੰ ਕਲਰਸ ਵਗੈਰਾ ਵੀ ਦਿੱਤੇ ਜਾ ਸਕਦੇ, ਫਾਊਂਡੇਸ਼ਨ ਵਗੈਰਾ ਕੀਤੀ ਜਾ ਸਕਦੀ। ਇਸ ਟਾਈਮ ਇਹਦੀ ਫਾਊਂਡੇਸ਼ਨ ਨਹੀਂ ਹੋਣੀ, ਫੌਂਟ ਵਗੈਰਾ। ਪਬਲਿਕ ਫੋਲਡਰ, ਅੱਛਾ ਪਬਲਿਕ ਫੋਲਡਰ ਦਾ ਕਨਸੈਪਟ ਅੱਗੇ ਆਰਕਾਈਵਿੰਗ ਦਾ ਕਨਸੈਪਟ ਜਿਹੜਾ ਹੈਗਾ ਸੀ ਅਪਲਾਈ ਹੋ ਚੁੱਕਾ। ਹੁਣ ਥੋੜਾ ਜਿਹਾ ਜ਼ਰਾ ਚੀਜ਼ ਇੱਥੇ ਆ, ਅਸੀਂ ਜਦੋਂ ਆਰਕਾਈਵ ਆਨ ਕਰ ਰਹੇ ਹੁੰਦੇ ਆ ਨਾ, ਆਰਕਾਈਵ ਆਨ ਕਰਦੇ ਆ, ਇੱਕ ਪਬਲਿਕ ਫੋਲਡਰ ਦਾ ਫੋਲਡਰ ਬਣ ਜਾਂਦਾ, ਔਰ ਉਹਦੇ ਅੰਦਰ ਹਰ ਤਰ੍ਹਾਂ ਦੀ ਇਨਕਮਿੰਗ ਆਊਟਗੋਇੰਗ ਮੋਨੀਟਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਠੀਕ ਹੈ, ਹੁਣ ਅਸੀਂ ਇਹਦੇ ਵਿੱਚ ਜਦੋਂ ਇਹ ਵਾਲੀ ਆਪਸ਼ਨ ਚੈੱਕ ਲਗਾ ਰਹੇ ਹੁੰਦੇ ਨਾ, ਇਹ ਆਪਸ਼ਨ ਹੋ ਜਾਂਦੀ ਕਿ ਕਿਆ ਯੂਜ਼ਰਸ ਨੂੰ ਇਹ ਤੁਸੀਂ ਪਬਲਿਕ ਫੋਲਡਰ ਵਿਊ ਕਰਵਾਉਣਾ। ਯੂਜ਼ਰ ਨੂੰ ਜਦੋਂ ਅਸੀਂ ਆਈਮੈਪ ਕਰ ਰਹੇ ਹੁੰਦੇ ਨਾ, ਤੇ ਮੈਂ ਆਪਣੇ ਆਫ ਕੀਤੇ ਹੋਏ ਨੇ, ਵਰਨਾ ਮੈਂ ਤੇ ਮੋਬਾਈਲ ਚੈੱਕ ਕਰਵਾ ਸਕਦਾ ਸੀਗਾ। ਆਈਮੈਪ ਜਦੋਂ ਅਸੀਂ ਔਨ ਕਰ ਦਿੰਦੇ, ਜਿਹੜੇ ਵੀ ਈਮੇਲ ਯੂਜ਼ਰ ਦੀਆਂ ਆਈਮੈਪ ਹੋਈਆਂ ਹੁੰਦੀਆਂ ਈਮੇਲਾਂ, ਜਿੰਨੀਆਂ ਵੀ ਈਮੇਲਾਂ ਪਈਆਂ ਹੁੰਦੀਆਂ, ਉਹ ਸਾਰੀਆਂ ਪਬਲਿਕਲੀ ਡਿਸਕਲੋਜ਼ ਹੋ ਜਾਂਦੀਆਂ ਹਰ ਯੂਜ਼ਰ ਨੂੰ। ਤੁਹਾਡੀਆਂ ਈਮੇਲਾਂ ਮੈਨੂੰ ਸ਼ੋ ਹੋ ਰਹੀਆਂ, ਮੇਰੀਆਂ ਈਮੇਲਾਂ ਤੁਹਾਨੂੰ ਸ਼ੋ ਹੋ ਰਹੀਆਂ। ਪਬਲਿਕ ਫੋਲਡਰਸ ਦਾ ਕਨਸੈਪਟ ਸ਼ਾਇਦ ਮੇਰੇ ਹੋਵੇ ਕਿਸੇ ਈਮੇਲ ਐਡਰੈਸ ਦੇ ਉੱਪਰ। ਨਾਰਮਲੀ ਇਹ ਨੌਨ ਚੈੱਕ ਹੀ ਰੱਖੀਦਾ। ਅਗਰ ਚੈੱਕ ਹੋਏਗਾ ਤਾਂ ਉਹਨੂੰ ਸ਼ੋ ਹੋਏਗੀ ਸਰ। ਜਿੰਨੀਆਂ ਵੀ ਈਮੇਲਾਂ ਹੋਣਗੀਆਂ ਨਾ ਆਈਮੈਪ ਦੀਆਂ, ਜਿੰਨੀਆਂ ਵੀ ਆਈਮੈਪ ਸੈਸ਼ਨ ਦੀਆਂ ਈਮੇਲਾਂ ਹੋਣਗੀਆਂ, ਤੁਹਾਡੇ ਉਹ ਸਪੈਸੀਫਿਕ ਫੋਲਡਰ ਜਿੰਨੇ ਯੂਜ਼ਰ ਹੋਣਗੇ ਪਹਿਲੇ ਤੁਹਾਨੂੰ ਸਾਰੇ ਨਜ਼ਰ ਆ ਰਹੇ ਹੋਣਗੇ, ਔਰ ਉਹ ਕਿਸੇ ਵੀ ਯੂਜ਼ਰ ਤੇ ਕਲਿੱਕ ਕਰੇਗਾ, ਉਹਦੇ ਅੰਦਰ ਘੁਸ ਜਾਏਗਾ। ਜਿਸ ਤਰ੍ਹਾਂ ਸਰ ਜੀ ਨੈਟਵਰਕਿੰਗ ਗਰੁੱਪ ਤੇ ਹੁੰਦਾ, ਉਹ ਜਿੰਨੇ ਵੀ ਯੂਜ਼ਰ ਹੁੰਦੇ ਉਹ ਸਾਰੇ ਡਿਸਪਲੇ ਹੋ ਰਹੇ ਹੁੰਦੇ, ਡਿਸਪਲੇ ਹੋ ਰਹੇ ਹੁੰਦੇ। ਠੀਕ ਹੈ, ਇਹ ਨਾਰਮਲੀ ਅਨਚੈੱਕ ਹੀ ਰੱਖੀਦਾ ਹੁੰਦਾ। ਡੋਮੇਨ ਪੌਪ ਸਿੰਪਲ ਦੱਸ ਚੁੱਕਿਆ ਕਿ ਅਗਰ ਤੁਹਾਡੀ ਡੋਮੇਨ ਐਕਟਿਵ ਕਰਨੀ ਹੈਗੀ, ਡੋਮੇਨ ਪੌਪ ਈਮੇਲ ਡੋਮੇਨ ਪੌਪ ਕਰਵਾਉਣੀ ਆ, ਤੇ ਉਹਦਾ ਹੋਸਟ ਆਈਪੀ ਜਾਂ ਵੈਬਸਾਈਟ, ਲੌਗਇਨ ਨੇਮ ਤੇ ਪਾਸਵਰਡ ਦਿਓਗੇ। ਇੱਕ ਜਿਹੜਾ ਈਮੇਲ ਮਾਸਟਰ ਈਮੇਲ ਹੈਗਾ ਉਹਦਾ ਦੇ ਕੇ ਤੁਸੀਂ ਉਹਦੀ ਲੀਵ ਅ ਕਾਪੀ ਵਗੈਰਾ ਹੋ ਜਾਂ ਲੀਵ ਅ ਮੈਸੇਜ ਔਨ ਸਰਵਰ ਵਾਲਾ ਹੈਗਾ ਕਨਸੈਪਟ ਹੈ ਡੋਮੇਨ ਪੌਪ ਆ, ਲੇਕਿਨ ਇੱਕ ਡੋਮੇਨ ਪੌਪ ਸਾਡਾ ਕਨਸੈਪਟ ਨਹੀਂ ਹੈਗਾ। ਠੀਕ ਆ, ਹੋਸਟ ਆਪਸ਼ਨਸ ਵਗੈਰਾ ਉਹੀ ਚੀਜ਼ਾਂ ਹੈਗੀਆਂ। ਪਾਸਿੰਗ ਰਾਊਟਿੰਗ ਹੈ ਇਹਦੇ ਵਿੱਚ, ਕਿ ਤੁਸੀਂ ਅਗਰ ਕੋਈ ਸਪੈਸੀਫਿਕ ਈਮੇਲ ਸਪੈਸੀਫਿਕ ਸਾਈਟ ਤੇ ਮੂਵ ਕਰਵਾਉਣੀ ਹੈਗੀ ਆ। ਆਰਕਾਈਵ ਦਾ ਇਹਦੇ ਵਿੱਚ ਵੀ ਉਹੀ ਕਨਸੈਪਟ ਹੈਗਾ। ਪਰ ਇੱਥੇ ਤੱਕ ਅਸੀਂ ਰਹਿ ਕੇ ਹੁਣ ਡੋਮੇਨ ਪੌਪ ਨਹੀਂ ਮੇਰਾ ਖਿਆਲ ਡਿਸਕਸ ਕਰ ਲੈਣਾ ਚਾਹੀਦਾ, ਕਨਫਿਊਜ਼ ਚੀਜ਼ਾਂ ਕਰਨੀਆਂ। ਇੱਥੇ ਤੱਕ ਰਹਿ ਕੇ ਅਸੀਂ
ਇਨਵਾਇਰਨਮੈਂਟ ਟੈਸਟ ਕਰ ਲੈਂਦੇ ਹਾਂ, ਜਿਹੜਾ ਅਸੀਂ ਹੁਣ ਸਾਲ ਤੱਕ ਥਿਊਰੀ ਦੇਖੀ ਹੈਗੀ। ਬਲਕਿ ਉਸ ਤੋਂ ਪਹਿਲੇ ਇੱਕ ਛੋਟੀ ਜਿਹੀ ਚੀਜ਼ ਹੋਰ ਹੈਗੀ, ਈਮੇਲ ਪਾਸ ਚੇਂਜ ਕਰਨਾ। ਕੱਲ ਇੱਕ ਡਰਾਈਵ ਸੀ, ਡਰਾਈਵ ਇੱਕ ਹੋਰ ਮੈਂ ਕ੍ਰੀਏਟ ਕਰ ਲਈ, ਠੀਕ ਹੈ, ਈ ਡਰਾਈਵ ਬਣਾ ਲਈ ਮੈਂ ਆਪਣੀਆਂ ਈਮੇਲ ਜਿੰਨੀਆਂ ਵੀ ਯੂਜ਼ਰਸ ਵਾਲਾ ਫੋਲਡਰ ਨਾ ਈ ਡਰਾਈਵ ਤੇ ਮੂਵ ਕਰਨਾ। ਇਸ ਟਾਈਮ ਈ ਡਰਾਈਵ ਦੇ ਉੱਪਰ ਮੇਰੇ ਕੋਲ ਕੁਛ ਨਹੀਂ ਹੈਗਾ। ਪਹਿਲੇ ਗਿਆ ਗਰੁੱਪਸ ਐਂਡ ਟੈਂਪਲੇਟਸ ਦੇ ਅਕਾਊਂਟਸ ਦੇ ਅੰਦਰ ਗਰੁੱਪਸ ਐਂਡ ਇੱਕ ਚੀਜ਼ ਰਹਿੰਦੀ ਸਿਕਿਉਰਿਟੀ, ਉਹ ਹਲੇ ਅਸੀਂ ਡਿਸਕਸ ਨਹੀਂ ਕਰੀਆਂ ਚੀਜ਼ਾਂ, ਉਹ ਸਿਕਿਉਰਿਟੀ ਦੇ ਬਾਅਦ ਚ ਸਿਕਿਉਰਿਟੀ ਔਰ SMTP ਐਕਚੁਅਲੀ ਰਹਿੰਦਾ ਸਾਡਾ। ਅਸੀਂ ਸੀਗਾ ਗਲੋਬਲ ਕੌਨਫੀਗਰੇਸ਼ਨ ਦੇਖ ਲਈ। ਅੱਛਾ, ਗਰੁੱਪਸ ਐਂਡ ਟੈਂਪਲੇਟਸ ਦੇ ਜਾ ਕੇ ਟੈਂਪਲੇਟਸ ਮੋਡ ਦੇ ਵਿੱਚ ਇਸ ਜਗ੍ਹਾ ਦਾ ਤੁਸੀਂ ਚੇਂਜ ਕਰ ਦੇਣਾ, ਉਹਨੂੰ ਕਹਿ ਦਿੱਤਾ EC ਦੀ ਬਜਾਏ E ਦੇ ਉੱਤੇ mdaemon ਦੇ ਅੰਦਰ ਯੂਜ਼ਰ ਦੇ ਅੰਦਰ ਡੋਮੇਨ ਦਾ ਨਾਮ ਔਰ ਮੇਲ ਬਾਕਸ ਦਾ ਨਾਮ ਇਸ ਤਰੀਕੇ ਨਾਲ ਕਨਫੀਗਰ ਕਰੇ, ਤੁਸੀਂ ਚੇਂਜ ਕਰ ਸਕਦੇ ਅਕੋਰਡਿੰਗ ਟੂ ਯੂਅਰ ਨੀਡ। ਮੈਂ ਉਹਨੂੰ ਕਿਹਾ ਨਾ ਕਰ ਯਾਰ, ਤੁਸੀਂ ਤਾਂ ਹੀ ਕਰਕੇ ਨਾ ਇਹ ਫਾਰਮੇਟ ਕਰ, E ਦੇ ਉੱਪਰ ਡੋਮੇਨ ਦਾ ਨਾਮ ਤੇ ਡੋਮੇਨ ਦੇ ਨਾਮ ਦੇ ਅੰਦਰ ਫੋਲਡਰ ਨੇਮ ਲਾਈਕ ਕਰਕੇ। ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਹੁੰਦੀ ਹੈ ਆਪਸ਼ਨਸ ਦੇ ਸਟਰੋਂਗ ਪਾਸਵਰਡਸ। ਇਹ ਡਿਫਾਲਟ ਕਨਫੀਗਰੇਸ਼ਨ ਹੈਗੀ ਆ ਕਿ ਉਹਨੂੰ ਪੌਪ ਅਲਾਉ ਕਰਨਾ, ਪੌਪ ਅਲਾਉ, ਹਾਂ ਬਸ ਕਾਲ ਜ਼ਰੂਰਤ ਪੈ ਜਾਂਦੀ ਹੈ। ਇੱਕ ਯੂਜ਼ਰ ਆ ਮੇਰਾ, ਮੈਂ ਉਹਨੂੰ ਕਹਿ ਰਿਹਾ ਯਾਰ ਮੈਨੂੰ ਪਬਲਿਕ IP ਅਸਾਈਨ ਕਰ ਰਿਹਾ ਵਾਂ ਟੈਂਪਰੇਰੀ ਕਿਸੇ ਵਜ੍ਹਾ ਤੋਂ, ਲੇਕਿਨ ਇਹ ਪਬਲਿਕ IP ਦਾ ਗਲਤ ਇਸਤੇਮਾਲ ਨਾ ਕਰੇ, ਘਰ ਜਾ ਕੇ ਈਮੇਲਾਂ ਨਾ ਲਵੇ, ਲੈਪਟਾਪ ਆ ਯੂਜ਼ਰ ਨੂੰ ਤੰਗ ਕਰਨਾ ਜਾਂ ਸੋ ਜੋ ਵੀ ਆ ਯੂਜ਼ਰ ਰਿਕੁਆਇਰਮੈਂਟ ਹੀ ਬਣ ਜਾਂਦੀ, ਤੰਗੀ ਕਾਹਦੀ ਹੁੰਦੀ, ਬਸ ਪਰ ਰਿਕੁਆਇਰਮੈਂਟ ਬਣ ਜਾਂਦੀ ਆ ਕਿ ਕਿਸੇ ਮਜਬੂਰੀ ਦੇ ਤਹਿਤ ਕਿਸੇ ਯੂਜ਼ਰ ਨੂੰ ਪਬਲਿਕ IP ਤੇ ਲਗਾ ਕੇ ਦੇ ਦਿੱਤਾ, ਹੁਣ ਘਰ ਬੈਠ ਕੇ ਵੀ ਈਮੇਲਾਂ ਸੈਂਡ ਰਿਸੀਵ ਕਰ, ਸਾਡੀ ਰਿਕੁਆਇਰਮੈਂਟ ਨਹੀਂ ਯਾਰ ਇਹਨੂੰ ਘਰ ਜਾ ਕੇ ਨਹੀਂ ਦੇਣਾ, ਉਸ ਕੇਸ ਦੇ ਵਿੱਚ ਉਹਨੂੰ ਲੈਨ ਐਕਟਿਵ ਕਰ ਦਿਓ। ਇੱਥੋਂ ਤੁਸੀਂ ਉਹਦਾ ਲੈਨ ਐਕਟਿਵ ਕਰ ਸਕਦੇ ਹੋ। ਐਕਚੁਅਲੀ ਗਲੋਬਲ ਕੌਨਫੀਗਰੇਸ਼ਨ ਆ, ਮੈਂ ਅਗੇਨ ਦੱਸਦਾ, ਗਲੋਬਲ ਕੌਨਫੀਗਰੇਸ਼ਨ ਸੇਮ ਕੌਨਫੀਗਰੇਸ਼ਨ ਇੱਕ ਯੂਜ਼ਰ ਦੇ ਅਗੇਂਸਟ ਵੀ ਹੋ ਜਾਂਦੀ ਹੈ। ਇਹ ਗਲੋਬਲ ਕੌਨਫੀਗਰੇਸ਼ਨ ਹੈਗੀ। ਐਸੇ ਤਰੀਕੇ ਨਾਲ IMAP ਆ, IMAP ਉਹਨੂੰ ਅਲਾਉ ਕਰਨਾ ਕਿ ਨਹੀਂ ਕਰਨਾ। ਯੂਜ਼ਰ ਨੂੰ, ਜਨਰਲ ਯੂਜ਼ਰ ਨੂੰ IMAP, ਜਿਹੜਾ ਵੀ ਨया ਯੂਜ਼ਰ ਕ੍ਰੀਏਟ ਹੋਵੇ ਉਹਨੂੰ ਤੁਸੀਂ IMAP ਅਲਾਉ ਕਰਨਾ ਕਿ ਨਹੀਂ ਕਰਨਾ। ਤੁਸੀਂ ਕਹਿ ਰਹੇ ਹੋ ਕਿ ਮੈਂ ਟੈਂਪਲੇਟ ਦੇ ਵਿੱਚ ਨਾਰਮਲੀ IMAP ਮੈਂ ਨए ਯੂਜ਼ਰ ਨੂੰ ਆਪਣੇ ਅਲਾਉ ਕਰਨਾ, ਉਹ ਸਿਰਫ ਪੌਪ ਦੇ ਥਰੂ ਈਮੇਲ ਲਵੇ, ਠੀਕ ਹੈ। ਮੈਨੂਅਲੀ ਅਗਰ ਮੈਂ ਕਿਸੇ ਨੂੰ ਚਾਹਾਂ ਤੇ ਉਹਨੂੰ ਮੈਂ IMAP ਦੇ ਦਵਾਂ, ਠੀਕ ਹੈ ਨਾ, ਇਹਨੂੰ ਮੈਂ ਅਨਚੈੱਕ ਕਰ ਦਿੱਤਾ ਟੈਸਟ ਪਰਪਸ ਵਾਸਤੇ। ਆਟੋ ਰਿਸਪੌਂਡਰ ਹੈ ਕਿ ਹਰ ਈਮੇਲ ਦੇ ਜਵਾਬ ਦੇ ਵਿੱਚ ਕੋਈ ਇੱਕ ਈਮੇਲ ਆਏ ਡੋਮੇਨ ਦੇ ਉੱਪਰ, ਜਨਰਲੀ ਇਹ ਡੋਮੇਨ ਦਾ ਆਟੋ ਰਿਸਪੌਂਡਰ ਆ। ਛੁੱਟੀਆਂ ਆ ਗਈਆਂ ਜੀ, ਤੁਸੀਂ ਕਹਿੰਦੇ ਯਾਰ ਜਿਤਨੇ ਵੀ ਯੂਜ਼ਰ ਨਾ ਮੇਰੇ, ਉਹਨਾਂ ਸਾਰਿਆਂ ਨੂੰ ਆਟੋਮੈਟਿਕਲੀ ਮੈਸੇਜ ਚਲਾ, ਜਿਹੜਾ ਵੀ ਈਮੇਲ ਉਹਨਾਂ ਦੇ ਉੱਤੇ ਆਵੇ ਉਹਨਾਂ ਨੂੰ ਆਟੋਮੈਟਿਕਲੀ ਮੈਸੇਜ ਥਰੂ ਹੋ ਜਾਵੇ ਕਿ ਇੰਨੇ ਤੋਂ ਲਾ ਕੇ ਇੰਨੇ ਤੱਕ ਸਾਡੀਆਂ ਇੰਨੀਆਂ ਛੁੱਟੀਆਂ ਵਾ ਤੇ ਤੁਹਾਨੂੰ ਈਮੇਲ ਨਹੀਂ, ਮਤਲਬ ਤੁਹਾਡੀ ਈਮੇਲ ਦਾ ਡੇਟ ਰਿਸਪੌਂਡ ਨਾ ਆ ਗਏ। ਅੱਛਾ, ਇਸ ਕੇਸ ਦੇ ਵਿੱਚ ਆਟੋ ਰਿਸਪੌਂਡਰ ਲਗਾਉਣ ਦਾ ਨਾ ਕੋਈ ਇਤਨਾ ਫਾਇਦਾ ਨਹੀਂ ਹੁੰਦਾ ਕਿ ਇਹ ਲੂਪ ਬਣਾ ਦਿੰਦਾ, ਬਾਰ ਲੂਪ ਇਨ ਦੈਟ ਸੈਂਸ ਬਣਾ ਦਿੰਦਾ ਕਿ ਇੱਕ ਲੋਕਲ ਯੂਜ਼ਰ ਨੂੰ ਈਮੇਲ ਸੈਂਡ ਕਰ ਰਿਹਾ, ਹੁਣ ਉਹ ਉਹਨੂੰ ਸੈਂਡ ਕਰਦਾ ਆਟੋ ਰਿਸਪੌਂਡ ਕਰੀ ਆ, ਉਹ ਉਹਨੂੰ ਸੈਂਡ ਕਰਕੇ ਆਟੋ ਰਿਸਪੌਂਡ ਕਰ ਰਿਹਾ। ਸੋ ਇਸ ਕੇਸ ਦੇ ਵਿੱਚ ਲੂਪ ਬਣ ਜਾਂਦਾ। ਸੋ ਅਸੀਂ ਕੀ ਕਰੀਦਾ ਕਿ ਅਸੀਂ ਜਿਹੜੇ ਕਿਉਂਕਿ ਸਾਡਾ ਮਲਟੀਪੌਪ ਕਨਸੈਪਟ ਹੈਗਾ ਵਾ, ਅਸੀਂ ਹਰ ਯੂਜ਼ਰ ਦੇ ਅਗੇਂਸਟ ਜਾ ਕੇ ਹੋਸਟਿੰਗ ਦੇ ਉੱਪਰ ਕੁਛ ਜਿਹੜੇ ਕ੍ਰਿਟੀਕਲ ਯੂਜ਼ਰਸ ਹੁੰਦੇ ਨੇ ਉਹਨਾਂ ਦੇ ਆਟੋ ਰਿਸਪੌਂਡਰਸ ਲਗਾ ਦਈਦੇ, ਅਸੀਂ ਲੋਕਲ ਆਟੋ ਰਿਸਪੌਂਡਰਸ ਯੂਜ਼ ਨਹੀਂ ਕਰੀਦਾ। ਅਗਰ ਤੁਸੀਂ ਲੋਕਲ ਆਟੋ ਰਿਸਪੌਂਡਰਸ ਯੂਜ਼ ਕਰਨਾ ਚਾਹੁੰਦੇ ਹੋ ਤੇ ਇੱਥੋਂ ਤੁਸੀਂ ਈਵਨ ਤੋਂ ਫਾਈਲ ਵੀ ਹੋ ਜੀ, ਕੋਈ ਬੈਚ ਫਾਈਲ ਵੀ ਰਨ ਕਰਵਾ ਸਕਦੇ ਹੋ, ਸਕ੍ਰਿਪਟ ਵੀ ਰਨ ਕਰਵਾ ਸਕਦੇ ਹੋ, ਮੈਨੂਅਲੀ ਲਿਖਣਾ ਚਾਹੁੰਦੇ ਹੋ ਮੈਨੂਅਲੀ ਵੀ ਲਿਖਿਆ ਜਾ ਸਕਦਾ, ਠੀਕ ਹੈ। ਫਾਰਵਰਡਿੰਗ ਜਾਂ ਕਿ ਇਹ ਪੂਰੀ ਡੋਮੇਨ ਦੀ ਜਿਹੜੀ ਈਮੇਲ ਆਏ ਫਾਰਵਰਡ ਹੋ ਜਾਏ। ਇਸ ਕੇਸ ਦੇ ਵਿੱਚ ਇਹ ਉਹ ਇਨਬਾਊਂਡ ਵਾਲਾ ਕੰਮ ਕਰੇਗਾ ਕਿ ਇਨਬਾਊਂਡ ਤੇ ਜਿਹੜੀ ਈਮੇਲ ਇਨ ਡ੍ਰੌਪ ਹੋਏਗੀ ਉਹ ਇਨਬਾਊਂਡ ਉਠਾ ਕੇ ਅੱਗੇ ਕਿਤੇ ਫਾਰਵਰਡ ਕਰ ਦੇਗਾ ਕਿਸੇ ਇੱਕ ਐਡਰੈਸ ਦੇ ਉੱਪਰ। ਕੋਟਾਸ ਨੇ ਕਿ ਹਰ ਯੂਜ਼ਰ ਨੂੰ ਕਿੰਨਾ ਕੋਟਾ ਦੇਣਾ, 0 ਤੇ ਨੋ ਲਿਮਿਟ ਆ। ਕੋਟਾ ਐਕਚੁਅਲੀ ਬੇਸ ਕਰ ਰਿਹਾ ਹੁੰਦਾ ਤੁਹਾਡੀ ਸਟੋਰੇਜਸ ਨੂੰ, ਲੇਕਿਨ ਸਟੋਰੇਜ ਅਗਰ ਰਨਿੰਗ ਦੇ ਥਰੂ ਤੁਸੀਂ ਪਹਿਲਾਂ ਹੀ ਕੰਟਰੋਲ ਕਰ ਚੁੱਕੇ ਹੋ ਫਿਰ ਕੋਟਾ ਸਿਸਟਮ ਤੁਹਾਨੂੰ ਨਹੀਂ ਪੰਗਾ ਲੈਣਾ ਚਾਹੀਦਾ ਮੇਰਾ ਖਿਆਲ ਐਕਸਟਰਾ ਵਰਨਾ ਅਗਰ ਤੁਸੀਂ ਕੋਟਾ ਅਸਾਈਨ ਕਰਨਾ ਚਾਹੁੰਦੇ ਹੋ ਯੂਜ਼ਰ ਨੂੰ, ਪਰ ਯੂਜ਼ਰ ਤੁਸੀਂ ਕਹਿੰਦੇ ਠੀਕ ਹੈ ਯਾਰ ਇਤਨੇ ਕਿ ਮੇਰਾ 1 GB ਤੋਂ ਵੱਧ ਮੇਰਾ ਯੂਜ਼ਰ ਜਿਹੜਾ ਹੈ ਨਾ ਉਹ ਈਮੇਲਾਂ ਸਟੋਰ ਨਾ ਕਰ ਸਕੇ, ਉਹ ਤੁਸੀਂ ਕੋਟੇ ਸੈੱਟ ਕਰ ਸਕਦੇ। ਮੈਂ ਕੋਟਾ ਸੈੱਟ ਨਹੀਂ ਕਰਨਾ। ਅਟੈਚਮੈਂਟ ਦੀ ਹੈਗਾ ਵਾ ਆਪਸ਼ਨਸ ਵਿੱਚ, ਇੱਥੇ ਸੀਗਾ ਇੱਕ ਨੇ ਸਟਰੋਂਗ ਪਾਸਵਰਡ ਸ਼ਾਇਦ ਇਹਦੇ ਵਿੱਚ ਨਹੀਂ ਹੈ, ਠੀਕ ਆਪਸ਼ਨਸ। ਅਟੈਚਮੈਂਟ ਦਾ ਸਰ ਕਾਹਦਾ ਆਪਸ਼ਨ? ਅਟੈਚਮੈਂਟ ਦੇ ਵਿੱਚ ਕਿ ਐਕਸਟ੍ਰੈਕਟ ਕਰਨੀ ਕਿ ਨਹੀਂ ਕਰਨੀ, ਡਾਊਨਲੋਡ ਕਰਨੀ ਕਿ ਨਹੀਂ ਕਰਨੀ ਅਟੈਚਮੈਂਟ, ਉਹਨੂੰ ਪਰਮਿਸ਼ਨ ਦੇਣੀ ਕਿ ਨਹੀਂ ਅਟੈਚਮੈਂਟ ਡਾਊਨਲੋਡ ਕਰ ਸਕੇ ਜਾਂ ਨਾ ਕਰ ਸਕੇ। ਇਹ ਸਾਨੂੰ ਇਹਨਾਂ ਨਹੀਂ ਖੇਲਦੇ ਅਸੀਂ ਇਹਦੇ ਨਾਲ। ਅਟੈਚਮੈਂਟ ਅਗਰ ਤੁਸੀਂ ਰੋਕਣੀ ਆ ਕਿ ਉਹਦੇ ਨਾਲ ਕਿਸੇ ਵੀ ਕਿਸਮ ਦੀ ਅਟੈਚਮੈਂਟ ਆ ਨਾ ਉਹ ਰੋਕ ਦਿਓ। ਇਹਨੂੰ ਗਲੋਬਲ ਲੈਵਲ ਤੇ ਨਹੀਂ ਖੇਲਣਾ ਚਾਹੀਦਾ। ਇਹ ਕੌਨਫੀਗਰੇਸ਼ਨ ਜਿਹੜੀ ਹੈ ਵਾ ਯੂਜ਼ਰ ਲੈਵਲ ਤੇ ਖੇਲੀ ਜਾ ਸਕਦੀ, ਯੂਜ਼ਰ ਲੈਵਲ ਤੇ ਖੇਲੀ ਜਾ ਸਕਦੀ।
ਅਦਰਵਾਈਜ਼ ਸਾਰਿਆਂ ਨੂੰ ਤੰਗ ਕਰੇਗਾ। ਅੱਛਾ ਇਹਦੇ ਵਿੱਚ ਇੱਕ ਸੀਗਾ ਅਕਾਊਂਟ ਆਪਸ਼ਨਸ, ਇਹਦੇ ਅੰਦਰ ਪਾਸਵਰਡਸ ਨੇ। ਪਾਸਵਰਡ ਹੈਗਾ ਸਟਰੋਂਗ ਪਾਸਵਰਡ। ਸਟਰੋਂਗ ਪਾਸਵਰਡ ਕੀ ਕਰੇਗਾ ਕਿ ਤੁਹਾਡੇ ਪਾਸਵਰਡ ਜਿਹੜੇ ਹੈਗੇ ਨੇ ਉਹ ਕੇਸ ਸੈਂਸਿਟਿਵ ਕੇਸ ਸੈਂਸਿਟਿਵ ਬਣਾ ਦੇਗਾ। ਅਸੀਂ ਕੇਸ ਸੈਂਸਿਟਿਵ ਨਹੀਂ ਲੈਣਾ ਚਾਹੁੰਦੇ ਸੀ, ਕਹਿੰਦੇ ਯਾਰ ਨੋਰਮਲੀ, ਲੇਕਿਨ ਇਹ ਰਿਕਮੈਂਡਡ ਹੈਗਾ ਕਿ ਇਹ ਹੋਣਾ ਚਾਹੀਦਾ, ਅਦਰਵਾਈਜ਼ ਤੁਹਾਡਾ ਅਕਾਊਂਟ ਬੜੀ ਜਲਦੀ ਫੜਿਆ ਜਾਂਦਾ। ਲਾਈਵ ਹੁੰਦਾ ਵਾ ਤੇ ਲਾਈਵ ਅਕਾਊਂਟ ਬੜੀ ਜਲਦੀ ਪਕੜਿਆ ਜਾਂਦਾ ਹੈਗਾ। ਇਹਨੂੰ ਤੁਸੀਂ, ਮੈਂ ਫਿਲਹਾਲ ਫॉर द ਟਾਈਮ ਮੈਂ ਚੈੱਕ ਕਰ ਦਿੱਤਾ ਹੈ। ਇੱਕ ਸੈਟਿੰਗਸ ਹੋਰ ਸੀ ਇੱਥੇ ਮੈਨੂੰ ਉਹ ਦੇਖਣੀ ਪੈਂਦੀ ਸੀ, ਆਥੈਂਟੀਕੇਸ਼ਨ ਹੈਗੀ ਆ। ਚਲੋ ਠੀਕ ਹੈ। ਲੋ ਜੀ ਹੁਣ ਅਸੀਂ ਇੱਕ ਆਰਕਾਈਵ ਅਕਾਊਂਟ ਕ੍ਰੀਏਟ ਸਰਚ ਅਕਾਊਂਟ ਐਡਿਟ ਡਿਲੀਟ ਕਰਨ ਦਾ ਬਿਹਤਰੀਨ ਤਰੀਕਾ ਹੈਗਾ ਕਿ ਅਕਾਊਂਟ ਮੈਨੇਜਰ ਦੇ ਵਿੱਚ ਆ ਜਾਓ ਤੁਸੀਂ। ਠੀਕ ਹੈ, ਪਹਿਲੇ ਮੈਂ ਇੱਕ ਅਕਾਊਂਟ ਕ੍ਰੀਏਟ ਕੀਤਾ ਸੀ ਆਰਕਾਈਵ ਦਾ, ARCHIVE ਆਰਕਾਈਵ। ਉਹਦਾ ਪਾਸਵਰਡ ਮੈਂ ਰੱਖ ਲਿਆ। Okay. 1 2 3 ਠੀਕ ਹੈ ਸਰ। ਮੇਲ ਫੋਲਡਰ ਚ ਦੇਖਾਂਗਾ ਈ ਦੇ ਉੱਤੇ ਲੈ ਕੇ ਜਾ ਰਿਹਾ। ਈ ਦੇ ਉੱਤੇ test.fsd ਔਰ ਉਹਦੇ ਅੰਦਰ ਆਰਕਾਈਵ ਦੀ ਈਮੇਲ ਬਣਾ ਰਿਹਾ, ਜਿਹੜੀ ਉੱਥੇ ਗਲੋਬਲੀ ਕਨਫੀਗਰੇਸ਼ਨ ਕੀਤੀ ਸੀ ਇੱਥੇ ਇੰਪਲੀਮੈਂਟ ਹੋ ਗਈ। ਮੇਲ ਸਰਵਿਸਿਜ਼ ਦੇ ਵਿੱਚ ਦੇਖਾਂਗੇ ਤੇ IMAP ਅਨਚੈੱਕ ਹੈਗਾ। ਇਹਨੂੰ ਮੈਂ IMAP ਦੇਣਾ ਹੋਏਗਾ ਤਾਂ ਮੈਂ ਚੈੱਕ ਕਰ ਦਾਂਗਾ, ਅਦਰਵਾਈਜ਼ ਮੈਂ ਅਨਚੈੱਕ ਰੱਖਾਂ। ਯਾਨੀ ਕਿ ਉਹ ਜਿਹੜੀ ਡਿਫਾਲਟ ਕਨਫੀਗਰੇਸ਼ਨ ਸੀਗੀ ਉਹ ਸਾਡੀ ਇੱਥੇ ਗਲੋਬਲ ਕਨਫੀਗਰੇਸ਼ਨ ਐਕਚੁਅਲੀ ਇੰਪਲੀਮੈਂਟ ਹੋ ਚੁੱਕੀ ਹੈ। ਬਾਕੀ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਅਸੀਂ ਉੱਥੋਂ ਦੇਖ ਕੇ ਆ ਚੁੱਕੇ ਹੈਗੇ। ਇਹ ਯੂਜ਼ਰ ਬੇਸ ਹੈ ਸਰ? ਇਹ ਯੂਜ਼ਰ ਦਾ ਲੈਵਲ ਹੈਗਾ। ਯੂਜ਼ਰ ਲੈਵਲ ਤੇ ਕਿਹੜੀਆਂ ਚੀਜ਼ਾਂ ਤੁਸੀਂ ਅਲਾਉ ਕਰਨੀਆਂ? ਅੱਛਾ 4 ਤੋਂ 15 ਚਲੋ ਕੇਸ ਸੈਂਸਿਟਿਵ ਵਾਲਾ ਸ਼ਾਇਦ ਹੋਇਆ ਨਹੀਂ, ਚੈੱਕ ਨਹੀਂ ਹੋਇਆ। 4 ਮਿਨੀਮਮ 4 ਫੈਕਟਰਸ ਤੱਕ ਹੈ, ਮਿਨੀਮਮ 4 ਫੈਕਟਰਸ। ਠੀਕ ਹੋ ਗਿਆ ਜੀ। ਅੱਛਾ ਹੁਣ ਇਹ ਅਗਰ ਇੱਕ ਹੋਰ ਈਮੇਲ ਬਣਾ ਦਿੰਦੇ ਸਪੋਜ਼, ਇਹਨੂੰ ਮੈਂ ਕਿਹਾ ਅਲੀ, ਉਹਦਾ ਪਾਸਵਰਡ ਵੀ 1 2 3 4 1 2 3 4 ਰੱਖ ਦਿੱਤਾ। ਇਹਦੇ ਅੰਦਰ ਆ ਕੇ ਇਹਨੂੰ ਮੇਲ ਸਰਵਿਸਿਜ਼ ਚ ਮੈਂ ਇਹਨੂੰ ਕਿਹਾ ਇਹਨੂੰ IMAP ਦੇ ਦੇ, ਇਹਨੂੰ ਮੈਂ IMAP ਦੇ IMAP ਔਰ ਪੌਪ ਦਾ ਫਰਕ ਦੇ। ਉਹਨੇ ਹਾਈਲਾਈਟ ਇਹਨੂੰ IMAP ਨਹੀਂ ਅਲਾਓ, ਇਹਨੂੰ ਸਰਵਿਸਿਜ਼ IMAP ਔਰ ਪੌਪ ਦੋਨੋਂ ਹੀ ਅਲਾਓ, ਇਹਨੂੰ ਸਿਰਫ ਸਰਵਿਸ ਅਲਾਓ। ਹੁਣ ਮੈਂ ਇਹਨੂੰ ਟੈਂਪਰੇਰੀਲੀ ਕਿਹਾ ਕਿ ਇਹਨੂੰ ਮੈਂ ਪੌਪ ਵੀ ਨਹੀਂ ਦੇ ਰਿਹਾ। ਠੀਕ ਹੈ, ਯਾਨੀ ਇਹਦੇ ਉੱਤੇ ਸਰਵਿਸਿਜ਼ ਲਿਮਿਟਡ ਨੇ, ਇਹ ਫੁੱਲ ਐਕਸੈਸ ਹੈ। IMAP ਉਹ ਯੂਜ਼ਰ ਜੀਮੇਲ ਵਗੈਰਾ ਦੀ ਮੇਲ ਨਾ ਆਵੇ ਜਾਵੇ। Gmail ਨਹੀਂ, IMAP ਦੀ ਕਿ ਮੋਬਾਈਲ ਵਗੈਰਾ ਤੇ IMAP access ਪ੍ਰੋਟੋਕੋਲ ਨਾਲ ਇਸਤੇਮਾਲ ਕਰ protocol ਸਕੇ ਯੂਜ਼ਰ IMAP। ਕਿ ਯੂਜ਼ਰ ਕਿਤੇ ਵੀ ਹੋਵੇ ਉਹਨੂੰ ਮੇਲ ਉਹਦੀ ਚੱਲ ਜਾਵੇ। ਠੀਕ ਹੈ, ਮੈਂ ਇੱਥੇ ਰੱਖਣਾ। ਇੱਥੋਂ ਤੁਸੀਂ ਸਰਵਿਸਿਜ਼ ਇਹਦੀਆਂ। ਅੱਛਾ ਹੁਣ 3 ਈਮੇਲਾਂ ਨਾਲ ਹੀ ਆ ਗਈਆਂ ਤੇ ਈਮੇਲ ਤਾਂ ਸੈਂਡ ਹੋਈ ਕੋਈ ਨਹੀਂ, 3 ਈਮੇਲਾਂ ਕਿੱਥੋਂ ਆ ਗਈਆਂ? ਇਹ ਕਨਸੈਪਟ ਇਹ ਟੈਸਟ ਉਹਦਾ M11 ਨੇ ਟੈਸਟ 3 ਆ ਗਈਆਂ। 3 ਕਿਉਂ ਆ ਗਈਆਂ? 3 ਦਾ ਕਨਸੈਪਟ ਹੈ। ਸਰ ਆਰਕਾਈਵ ਚ ਕਲਰ ਯੂਜ਼ਰ ਦੀ ਆ ਗਈ। ਆਰਕਾਈਵ ਦੇ ਵਿੱਚ ਉਹ 3 ਈਮੇਲਾਂ ਪੂਰੀਆਂ ਕਰਾਉਣੀਆਂ ਫਿਰ ਕਿੱਦਾਂ ਆਈਆਂ 3 ਈਮੇਲਾਂ, ਕਿਸ ਤਰ੍ਹਾਂ ਹੋਈਆਂ? ਕਨਫੀਗਰੇਸ਼ਨ 2 ਦਫਾ ਤੁਸੀਂ ਜਿਹੜੀ ਚੇਂਜ ਕੀਤੀ ਉਹਦੀ ਇੰਪਲੀਮੈਂਟੇਸ਼ਨ ਇੱਕ ਦਾ ਬਿਲ ਤੇ ਮੈਂ ਇੱਕ ਯੂਜ਼ਰ ਬਣਾਇਆ ਆਰਕਾਈਵ ਵਾਲਾ ਪਹਿਲੇ। ਠੀਕ ਹੈ, ਉਹਦੀ ਆ ਗਈ ਇੱਕ ਅਲੀ ਦੀ ਆਰਕਾਈਵ ਦੀ ਉਹਨੇ ਆਪਣੀ ਈਮੇਲ ਵੈਲਕਮ ਈਮੇਲ ਉਹਨੇ ਆਪਣੀ ਕ੍ਰੀਏਟ ਹੋ ਗਈ। ਠੀਕ ਹੈ, ਦੂਸਰਾ ਯੂਜ਼ਰ ਮੈਂ ਬਣਾਇਆ ਅਲੀ ਦੇ ਨਾਮ ਦਾ। ਉਹਨੇ ਕੀ ਕੀਤਾ, ਅਲੀ ਦੀ ਇੱਕ ਈਮੇਲ ਸੈਂਡ ਹੋਈ ਇੱਕ ਰਸੀਵ M11 ਵੱਲੋਂ, ਇੱਕ ਅਲੀ ਨੂੰ ਰਿਸੀਵ ਹੋਈ। 2 ਇਸ ਦੇ ਅਗੇਂਸਟ ਉਹਨੇ 2 ਈਮੇਲਾਂ, ਲੋਕਲ ਈਮੇਲ ਸੀਗੀ ਤਾਂ ਉਹਨੇ 2 ਬਣਾ ਲਿੱਤੀਆਂ। ਅਗਰ ਇਹ ਈਮੇਲ ਐਕਸਟਰਨਲ ਹੁੰਦੀ, ਬਾਹਰ ਜਾ ਰਹੀ ਹੁੰਦੀ, ਸਿੰਗਲ ਈਮੇਲ ਕਾਪੀ ਕਰਨੀ। ਠੀਕ ਹੈ, ਸੋ ਕਨਸੈਪਟ ਸਮਝਾਉਣ ਦਾ ਮਕਸਦ ਇਹ ਸੀਗਾ ਕਿ ਜਿਹੜੀ ਵੀ ਲੋਕਲ ਈਮੇਲ ਟ੍ਰਾਂਜੈਕਸ਼ਨ ਹੋਏਗੀ ਉਹ +1 ਹੋਏਗੀ। ਮਗਰ ਅਗਰ ਤੁਹਾਡੇ ਇੱਕ ਯੂਜ਼ਰ ਸੈਂਡ ਕਰ ਰਿਹਾ, ਇੱਕ ਯੂਜ਼ਰ ਅਗਰ 3 ਲੋਕਲ ਯੂਜ਼ਰਸ ਨੂੰ ਸੈਂਡ ਕਰ ਰਿਹਾ, ਉਹਦੀਆਂ ਆਰਕਾਈਵ 'ਚ 4 ਕਾਪੀਆਂ ਜਾਣਗੀਆਂ। ਇੱਕ ਉਹ ਸੈਂਡ ਕਰ ਰਿਹਾ ਉਹਦੀ ਕਾਪੀ, ਇੱਕ ਉਹਨਾਂ ਦੇ ਇਨਬਾਕਸ 'ਚ ਡਿਲੀਵਰ ਹੋ ਰਹੀ ਉਹਦੀ ਕਾਪੀ। ਠੀਕ ਹੋ ਗਿਆ। ਇਹ ਆਰਕਾਈਵ ਦਾ ਥੋੜਾ ਜਿਹਾ ਫਾਇਦਾ ਹੁੰਦਾ। ਤੇ ਨਾ ਸਰ ਜੀ ਦਾ ਸਟੋਰੇਜ ਸਾਈਜ਼
ਸੋ ਇਹ ਸਾਈਜ਼ ਇਨਕਰੀਜ਼ ਤੇ ਹੋਏਗਾ, ਤੁਸੀਂ ਕੰਟਰੋਲ ਫਿਰ ਉਹ ਤੇ ਹੋਏਗਾ ਹੀ ਜ਼ਾਹਿਰ ਅਗਰ ਫਾਇਦਾ ਲੈਣਾ ਹੋ ਕਿਤੇ ਨਾ ਕਿਤੇ ਉਹਦਾ ਆ ਲਓ ਜੀ, ਇਹ ਦੇ ਉੱਪਰ ਫੋਲਡਰ ਬਣ ਗਿਆ ਔਰ ਉਹਦੇ ਅੰਦਰ ਈਮੇਲਾਂ ਬਣਨੀਆਂ ਸ਼ੁਰੂ ਹੋ ਗਈਆਂ। ਹੁਣ ਇਹਨੂੰ ਛੋਟਾ ਜਿਹਾ ਕੰਮ ਕਰ ਲਈ, ਇਹਦੇ ਉੱਤੇ ਹੀ ਕਰ ਲਈ ਆਊਟਪੁੱਟ, ਅਗਰ ਇਹਦੇ ਉੱਪਰ ਹੋਏਗਾ ਕਿ ਨਹੀਂ ਹੋਣਾ ਨਹੀਂ। ਮਾਈਕਰੋਸਾਫਟ ਅੱਛਾ ਜੀ, ਹੁਣ ਨਾਰਮਲੀ ਅਸੀਂ ਆਪਣਾ ਸਰਵਰ ਲਾਈਵ ਕਰਨ ਦੀ ਪੋਜੀਸ਼ਨ 'ਚ ਹੈ, ਯੂਜ਼ਰ ਐਂਡ ਤੇ ਥਰੋ ਕਰਨ ਦੀ ਪੋਜੀਸ਼ਨ 'ਚ ਆ ਗਏ। ਕਹਿ ਦਿੱਤਾ ਜੀ ਅਲੀ @test.fsd, इसका नाम ही आ रहा है test.fsd 192.168.10 dot ਜਿਹੜੀਆਂ ਸਜੀ ਯੂਜ਼ਰ ਐਂਡ ਤੇ ਕਨਫਿਗਰ ਕਰਦੇ ਹੁੰਦੇ ਆ ਆਊਟਪੁੱਟ ਕਿਹੜੀ ਸੈਟਿੰਗ नहीं जाएगी, ठीक है। रीज़न की हैगी है फायरवॉल केस, पोर्ट्स ਅਸੀਂ ਅਲਾਉ ਨਹੀਂ ਕੀਤੀਆਂ ਹੈਗੀਆਂ, ਠੀਕ ਹੈ। 2008 ਦੇ ਉੱਤੇ ਸਾਨੂੰ ਪੋਰਟਸ ਅਲਾਉ ਕਰਨੀਆਂ ਪੈਣੀਆਂ। ਫਿਲਹਾਲ ਅਸੀਂ फायरवॉल ऑन डिसेबल करनी चाहिए। ऐड पोर्ट मैं उन्होंने कहा जी मेल 110 ते 110 अलाउ कर दो, क्या मेल 25 अलाउ कर दे। फिलहाल मैं 2 पोर्टा ही अलाउ कर दिया। अच्छा ठीक है, सेंड हो गई, रिसीव भी हो गई। अच्छा उन्होंने डोमेन पूरी ली है, डोमेन पूरी मैं नहीं देना चाह रहा। ਇਹਦੀ ਵਿੱਚ ਆਪਸ਼ਨ ਆਉਂਦੀ ਹੈਗੀ ਪ੍ਰੈਫਰੈਂਸਸ ਦੇ ਵਿੱਚ, ਅਸੀਂ ਅਗਰ ਆਉਂਦੇ ਹਾਂ ਨਾ miscellaneous ਦੇ ਵਿੱਚ, ਸਿਸਟਮ ਹਾਂਜੀ ਕਹਿੰਦਾ ਸਰਵਰ ਰਿਕੁਆਇਰਸ ਫੁੱਲ ਈਮੇਲ ਐਡਰੈਸ ਫॉर ऑथेंटिकेशन। ਇਹਨੂੰ ਮੈਂ ਅਨਚੈੱਕ ਕਰ ਦਿੰਦਾ, ਇਹਦਾ ਮੈਂ ਚੈੱਕ ਹਟਾ ਰਿਹਾ। apply works। ਹੁਣ ਇਸ ਜਗ੍ਹਾ ਤੇ ਸਿਰਫ ਅਲੀ ਲਿਖਣਾ। ਹੁਣ ਮੈਂ ਦੁਬਾਰਾ ਟੈਸਟ ਮੇਲ ਕੀਤੀ, ਫॉर ऑथेंटिकेट करवा के पूरा डोमेन नेम नहीं देता। यानी डोमेन नेम ਨੂੰ ਤੁਸੀਂ ਬਾਈਪਾਸ ਕਰ ਸਕਦੇ ਹੋ ਫॉर ਲੋਕਲ ਯੂਜ਼ਰਸ ਵਾਸਤੇ, ਕਿਉਂਕਿ ਦੇਖੋ ਡਾਇਰੈਕਟ ਸਰਵਰ ਤੁਹਾਡਾ ਕਮਿਊਨੀਕੇਟ ਕਰ ਰਿਹਾ ਇੱਕ ਪਬਲਿਕ ਆਈਪੀ ਐਡਰੈਸ ਦੇ ਨਾਲ, ਡਾਇਰੈਕਟ ਉਸ ਆਈਪੀ ਐਡਰੈਸ ਤੇ ਜਾ ਰਿਹਾ, ਉਸ ਸਿਸਟਮ ਤੱਕ ਮਸ਼ੀਨ ਤੱਕ ਜਾ ਰਿਹਾ, ਉਸ ਜਗ੍ਹਾ ਤੇ ਜਾ ਕੇ ਡੋਮੇਨ ਅਥੈਂਟੀਕੇਸ਼ਨ। नेक्स्ट मैं दोबारा आया अकाउंट्स मैनेजर, आर्काइव ਦੇ ਉੱਪਰ ਅਸੀਂ ਅਕਾਊਂਟ 5 ਹੋ ਗਿਆ, 2 उधरों आ गया, एक उन्होंने सेंड की थी ਟੈਸਟ ਈਮੇਲ ਨਿਕਲੀ ਉਹਦੀ send ਕਰਵਾ ਦਿੱਤੀ। ਹੁਣ ਇਸ ਕੇਸ ਵਿੱਚ ਸੈਂਡ ਰਿਸੀਵ ਕਰੋਗੇ ਤੁਸੀਂ ਕਨਵਰਸੇਸ਼ਨ ਕਰਕੇ सर इथों
ਅੱਛਾ ਜੀ, ਇਹਦੇ ਨਾਲ ਮੈਂ ਹੁਣ ਆਰਕਾਈਵ ਵਾਲਾ ਅਕਾਊਂਟ ਵੀ ਕਨਫਿਗਰ ਕਰ ਲਵਾਂ। ਮੇਕ ਅੱਗੇ ਕਰਾਂਗੇ। ਅੱਛਾ, ਇੱਕ ਚੀਜ਼ ਜਿਹੜੀ ਦੇਖਣੀ ਸੀ, ਇਹ ਚੀਜ਼ ਦੇਖਣੀ ਸੀ, ਪਾਕਿਸਤਾਨ ਦੇ ਅੰਦਰ ਜਿਹੜਾ ਅਸੀਂ ਸਿਗਨੇਚਰ ਲਗਾਇਆ ਸੀਗਾ ਸਿਗਨੇਚਰਸ ਜਿਹੜੇ ਉਹਦੇ ਉਹ build ਹੋ ਗਏ। ਆਟੋਮੈਟਿਕ ਆ ਅੱਛਾ ਜੀ, ਇਹ ਹੋ ਗਿਆ ਇਹਦਾ ਕੰਮ। ਹੁਣ ਮੈਂ ਆਇਆ E ਡਰਾਈਵ ਦੇ ਉੱਪਰ, ਫਿਰ ਮੈਂ ਆਇਆ ਅਲੀ ਵਾਲੇ ਫੋਲਡਰ ਦੇ ਅੰਦਰ। ਮੈਂ ਆਪਣੀ ਹਾਈ ਵਾਟਰ ਫਾਈਲ ਓਪਨ ਕਰ ਲਈ। ਹੁਣ ਜ਼ਰਾ ਹਾਈ ਵਾਟਰ ਫਾਈਲ ਨੂੰ ਪੜ੍ਹ ਕੇ ਦੇਖ ਲਈਏ ਇਹਦੇ ਅੰਦਰ ਕੀ ਚੀਜ਼ਾਂ ਹੈਗੀਆਂ, ਕਹਿ ਰਿਹਾ E ਦੇ ਉੱਤੋਂ ਮੈਸੇਜ ਆਈਡੀ, ਇਹ ਚੀਜ਼ ਐਕਚੁਅਲੀ ਅਸੀਂ ਦੇਖਣੀ ਹੁੰਦੀ ਹੈ। ਅਸੀਂ ਦੇਖਣੀ ਯਾਰ ਇਹ ਸਾਡਾ ਯੂਜ਼ਰ ਜਿਹੜਾ ਹੈ ਵਾ, ਇਹ ਸਿੰਕ ਕਿਦੋਂ ਕਰਕੇ ਗਿਆ ਈਮੇਲ ਨਾਲ, ਇਹ ਕਿਦੋਂ ਕਿਆ ਇਹ ਆਨਲਾਈਨ ਹੈ ਸੀਗਾ, ਇਹ ਆਨਲਾਈਨ ਸੀਗਾ ਤੇ ਕਿਦੋਂ ਆਨਲਾਈਨ ਸੀ, ਕਿਦੋਂ ਤੱਕ ਆਨਲਾਈਨ ਸੀ। ਬਸ ਕੋਈ ਜ਼ਰੂਰਤ ਪੈ ਜਾਂਦੀ ਨਾ ਇੱਕ ਯੂਜ਼ਰ ਦੀ ਹਿਸਟਰੀ ਟਰੈਕ ਕਰਨੀ ਹੁੰਦੀ, ਤੁਸੀਂ ਹਿਸਟਰੀ ਟਰੈਕ ਕਰਨੀ। ਯਾਰ ਯੂਜ਼ਰ, ਇੱਕ ਯੂਜ਼ਰ ਮੈਨੂੰ ਕਹਿੰਦਾ ਯਾਰ ਮੈਂ ਦੇਖਣਾ 2 ਰੋਜ਼ ਹੋ ਗਏ ਮੈਨੂੰ ਤੇ ਈਮੇਲ ਹੀ ਕੋਈ ਨਹੀਂ ਮਿਲੀ, ਤੁਹਾਡਾ ਤਾਂ ਨੈਟਵਰਕ ਹੀ ਡਾਊਨ ਹੈਗਾ, ਫਲਾਣਾ ਹੈਗਾ। ਤੁਸੀਂ ਮੈਸੇਜ ਕਾਊਂਟ ਮੈਂ ਹਾਈ ਵਾਟਰ ਫਾਈਲ ਕਰਕੇ ਉਹਦੀ ਹਿਸਟਰੀ ਟਰੈਕ ਕਰ ਸਕਦੇ ਹੋ। ਉਹ ਕਹਿੰਦਾ ਲਾਸਟ ਐਕਸੈਸ ਇਹਨੇ ਕੀਤੀ ਆ 1/3/2018 7:50 ਤੇ ਕੀ ਕੀਤਾ ਸੀ, ਪੌਪ ਕੀਤਾ ਸੀਗਾ। ਪੌਪ ਕਿਸ ਆਈਪੀ ਤੋਂ ਕੀਤਾ ਸੀਗਾ, 192.168.1 ਦੇ ਉੱਤੋਂ ਪੌਪ ਕੀਤਾ ਸੀ ਇਸ ਯੂਜ਼ਰ ਨੇ, ਠੀਕ ਹੈ। ਔਰ ਕਿਹੜਾ ਮੈਸੇਜ, ਜਿਹੜਾ ਲਾਸਟ ਮੈਸੇਜ ਇਹਨੇ ਰਿਟਰੀਵ ਕੀਤਾ ਸੀ ਉਹ ਮੈਸੇਜ ਆਈਡੀ ਨੰਬਰ ਇਹ ਸੀ, ਇਹ ਮੈਸੇਜ ਰਿਟਰੀਵ ਕੀਤਾ ਸੀਗਾ ਇਹਨੇ। ਔਰ ਇਹਨੂੰ ਅਗਰ ਦੇਖਿਆ ਜਾਵੇ ਆ ਫਸਟ ਵਨ ਮੈਸੇਜ ਨਾ ਆਖਰੀ ਮੈਸੇਜ ਜਿਹੜਾ ਮੇਰਾ ਇਹ ਮੈਸੇਜ ਕਾਊਂਟ ਆਈਡੀ ਇਹ ਵਾਲਾ ਰਿਟਰੀਵ ਕਰ ਚੁੱਕਿਆ, ਇਸ ਤੱਕ ਰਿਟਰੀਵ ਕਰ ਚੁੱਕਿਆ। ਟੋਟਲ ਇਹਦੇ ਕੋਲ ਮੈਸੇਜ ਕਾਊਂਟਸ ਕਿਤਨੇ ਨੇ 3। ਆਈਡੀ ਬਣੀ ਕਿਦੋਂ ਸੀ 7:43 ਤੇ, ਹਿਸਟਰੀ ਸਾਰੀ ਹੈ। ਬਾਕੀ ਉਹਦੀ ਜਿਹੜੀ ਬੈਕਐਂਡ ਤੇ ਤੁਸੀਂ ਯੂਜ਼ਰ ਦੀ ਕਨਫੀਗਰੇਸ਼ਨ ਫਾਈਲ ਹੁੰਦੀ ਆ, ਉਹ ਸਾਰੀ ਕਨਫੀਗਰੇਸ਼ਨ ਨੂੰ ਉਠਾ ਕੇ ਰੱਖਿਆ ਕਿ ਰਿਸਟ੍ਰਿਕਟ ਆਈ ਮੈਪ ਆ, ਠੀਕ ਹੈ। ਇੱਥੇ ਆਈ ਮੈਪ ਦੀ ਰਿਸਟ੍ਰਿਕਸ਼ਨਸ ਨੋ ਆ, ਯਾਨੀ ਤੁਸੀਂ ਐਕਟਿਵ ਕੀਤਾ ਹੋਇਆ। ਪੌਪ ਦੀ ਰਿਸਟ੍ਰਿਕਸ਼ਨ ਨੋ ਆ, ਵੈਬ ਰਿਸਟ੍ਰਿਕਸ਼ਨ ਨੋ ਆ, ਠੀਕ ਹੈ। ਸਾਰੀ ਇਹਦੀ ਬਾਕੀ ਕਨਫੀਗਰੇਸ਼ਨ ਆ ਗਈ। ਸਾਡਾ ਕੰਸਰਨ ਹੋ ਜਾਂਦਾ ਵਾ ਇਸ ਲੈਵਲ ਤੱਕ, ਔਰ ਇਸ ਲੈਵਲ ਨਾਲ ਹੀ ਅਸੀਂ ਅੱਗੇ ਜਾ ਕੇ ਵੀ ਥੋੜਾ ਜਿਹਾ ਖੇਲਣਾ ਮਜ਼ੀਦ, ਕਿ ਅਸੀਂ ਜਦੋਂ ਬੈਕਅਪਸ ਵਗੈਰਾ ਤੇ ਆਉਂਦੇ ਨਾ ਉਦੋਂ ਇਸੇ ਲੈਵਲ ਤੇ ਇਸੇ ਜਗ੍ਹਾ ਤੇ ਅਸੀਂ ਖੇਲਣਾ ਸਾਰਾ। ਇਹ ਬਹੁਤ ਇੰਪੋਰਟੈਂਟ 4-5 ਲਾਈਨਾਂ ਨੇ। ਇਹਦੇ ਨੀਚੇ ਆਈ ਮੈਪ ਦੀ ਇਨਫੋਰਮੇਸ਼ਨ ਵੀ ਐਡ ਅਪ ਹੁੰਦੀ ਹੈ। ਇੱਕ ਯੂਜ਼ਰ ਹਰ ਟਾਈਮ ਤੁਹਾਡੀ ਨਜ਼ਰ ਦੇ ਸਾਹਮਣੇ ਰਹਿੰਦਾ, ਹਰ ਟਾਈਮ ਤੁਹਾਡੀ ਟਰੈਕਿੰਗ 'ਚ ਰਹਿੰਦਾ। ਇਹ ਬਹੁਤ ਬਹੁਤ ਕੰਮ ਦੀ ਚੀਜ਼ ਆ। ਅਸੀਂ ਯੂਜੂਅਲੀ ਕਦੀ ਆਈ ਵਾਟਰ ਫਾਈਲ ਖੋਲ ਕੇ ਨਹੀਂ ਦੇਖੀ, ਇਹ ਬਹੁਤ ਕੰਮ ਦੀ ਚੀਜ਼ ਆ। ਮਤਲਬ ਯੂਜ਼ਰ ਨੂੰ ਔਨ ਸਪੌਟ ਤੁਸੀਂ ਆਪਣੇ ਮੀਆਂ ਸਾਹਿਬਾਨ ਝੂਠੇ ਖਵਾ ਸਕਦੇ ਹੋ। ਬਸ ਮਤਲਬ ਯੂਜ਼ਰ ਐਸਾ ਕੋਈ ਜਿਹੜਾ ਤੁਹਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਭਾਈ ਈਮੇਲ ਕੀ ਈਮੇਲ ਪੜ੍ਹੀ, ਯੂਜ਼ਰ ਨੇ ਈਮੇਲ ਪੜ੍ਹੀ, ਠੀਕ ਹੈ, ਰਿਪਲਾਈ ਕਰਨਾ ਭੁੱਲ ਗਿਆ, ਅਗਲੇ ਦਿਨ ਆ ਕੇ ਈਮੇਲ ਕਰਤੀ ਡਿਲੀਟ, ਜਿਵੇਂ ਤਾਂ ਮਿਲੀ ਮੈਨੂੰ ਤੇ ਮਿਲੀ ਨਹੀਂ ਭਾਈ, ਦਿਖਾ ਕਿੱਥੇ, ਮੇਰੇ ਕੰਪਿਊਟਰ ਤੇ ਆ ਕੇ ਦਿਖਾ। ਇਹ ਚੀਜ਼ਾਂ ਨੂੰ ਝੂਠਾ ਸਾਬਤ ਕਰਵਾਉਣੀ ਕਿ ਭਾਈ ਇਹ ਦੇਖ ਹੈ, ਇਹ ਸਿਸਟਮ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਮੈਂ ਇਹਦੇ 'ਚ ਅਮੈਂਡਮੈਂਟ ਨਹੀਂ ਕਰ ਸਕਦਾ। ਮੈਂ ਅਮੈਂਡਮੈਂਟ ਕਰਾਂਗਾ ਫਾਈਲ ਸੇਵ ਨਹੀਂ ਹੋਏਗੀ, ਰੀਡ ਓਨਲੀ ਫਾਈਲ ਹੈਗੀ, ਮੈਂ ਅਮੈਂਡਮੈਂਟ ਨਹੀਂ ਕਰ ਸਕਦਾ। ਇਸ ਤੋਂ ਬਾਅਦ ਦੀਆਂ ਲੌਗ ਫਾਈਲਾਂ ਦਾ ਥੋੜਾ ਜਿਹਾ ਬਹੁਤ ਜ਼ਿਆਦਾ ਟੱਚ ਤੇ ਨਹੀਂ ਮਤਲਬ ਦਾਂਗਾ। ਲੌਗ ਫਾਈਲਾਂ ਦਾ ਮੈਂ ਤੁਹਾਨੂੰ ਦੱਸਾਂਗਾ ਲੌਗ ਫਾਈਲ 'ਚ ਕਿਸ ਤਰੀਕੇ ਨਾਲ ਮੇਲ ਟਰੈਕ ਕਰਾਣੀ। ਇਹ ਇੱਥੇ ਤੱਕ ਦੀ ਤੁਸੀਂ ਸਿਰਫ ਇਤਨਾ ਹਾਲੇ ਤੱਕ ਯਾਦ ਰੱਖਣਾ ਕਿ 4 ਲਾਈਨਾਂ ਦਾ ਮੈਂ ਤੁਹਾਨੂੰ ਇੰਟਰੋਡਕਸ਼ਨ ਦੇ ਦਿੱਤਾ, ਮਜ਼ੀਦ ਡਿਸਕ੍ਰਾਈਬ ਇਹਨੂੰ ਥੋੜਾ ਮੈਸੇਜ 1 ਨੂੰ ਲਾਸਟ ਕਿਉਂ ਕਹਿ ਰਿਹਾ? ਉਹਨੇ ਮੈਸੇਜ 1 ਨੂੰ ਉਲਟਾ ਰਿਟਰੀਵ ਕੀਤਾ ਹੋਣਾ ਨਾ, ਉਹਨੇ ਮੈਸੇਜ ਉਲਟਾ ਰਿਟਰੀਵ ਕੀਤਾ ਹੋਣਾ। 1 ਮਿੰਟ ਹੈ ਜੋ ਤੁਸੀਂ ਮੈਸੇਜ ਟੈਸਟ ਮੇਲ ਦੁਬਾਰਾ ਹੋਰ ਇੱਕ ਕਰਕੇ ਦੇਖ। ਮੈਂ ਕਿਹਾ test.fsd test ठीक है, वापस आ गई ना। ਉਹਨੇ ਮੈਸੇਜ ਨੂੰ ਉਲਟਾ, ਉਹਨੇ ਮੈਸੇਜ ਜਦੋਂ ਇੱਕ ਵਾਰੀ ਆਏ ਨਾ ਇਕੱਠੇ ਮੈਸੇਜ ਉਹਨੇ ਸਾਰੇ ਆਪਣੇ ਕੋਲ ਫੈਚ ਕਰ ਲਿੱਤੇ ਨਾ, ਤਰਤੀਬ ਨਾਲ ਨਹੀਂ ਫੈਚ ਕੀਤੇ ਨਾ ਉਹਨੇ, ਹੁਣ ਤਰਤੀਬ ਨਾਲ ਕਰੇਗਾ। ਠੀਕ ਹੋ ਗਿਆ। ਉਹ ਟੈਸਟ ਮੈਸੇਜ ਸੀਗੇ, ਹੋ ਸਕਦਾ ਮੈਸੇਜ 1 ਉਹਨੇ ਕ੍ਰੀਏਟ ਹੀ ਲੇਟ ਕੀਤਾ ਹੋਵੇ, ਫੈਚਿੰਗ ਦੀ ਉਹਨੇ 3 to 2 1 ਏਦਾਂ ਫੈਚ ਕਰ ਸਟੇਟਸ ਸਿਰਫ ਲਾਸਟ ਮੈਸੇਜ ਦਾ ਦੇਗਾ, ਲਾਸਟ ਜਿਹੜਾ ਉਹਨੇ ਰਿਟਰੀਵ ਕੀਤਾ ਹੋਵੇਗਾ ਲਾਸਟ ਮੈਸੇਜ, ਕਿ ਤੁਸੀਂ ਤਰਤੀਬ ਦੇ ਨਾਲ ਇਹ ਵਾਲੇ ਮੈਸੇਜ ਇੱਥੇ ਤੱਕ 4 ਤੱਕ ਰਿਟਰੀਵ ਕਰ ਚੁੱਕੇ ਹੋ। ਤੁਹਾਡੇ ਸਿਸਟਮ ਤੇ, ਤੁਹਾਡੀ ਸਿਸਟਮ ਦੇ ਉੱਪਰ ਮੌਜੂਦ ਹੋਣੇ ਚਾਹੀਦੇ।
ठीक है। अच्छा जी, अच्छा ਇਹਦੇ ਨਾਲ ਹੀ ਪਹਿਲੇ ਇੱਥੇ ਕਿ ਥੋੜਾ ਹੋਰ ਕਰ ਲਈਏ। ਇਹ ਮੇਰੇ ਯੂਜ਼ਰਸ ਬਣ ਗਏ। ਅੱਛਾ ਸੌਰੀ, ਇਹਦੇ ਵਿੱਚ ਇੱਕ ਚੀਜ਼ ਲੈਂਦੀ ਹੈ, ਇੱਥੇ ਯੂਜ਼ਰ ਮੈਂ ਬਣਾ ਲਿਆ ਨਾਰਮਲ, ਠੀਕ ਹੈ। ਇਹ ਮੇਰਾ ਲੋਕਲ ਯੂਜ਼ਰ ਤੇ ਬਣ ਗਿਆ। ਇਹ ਲੋਕਲ ਯੂਜ਼ਰ ਦੇ ਨਾਲ ਮੇਰੀ ਰਿਕੁਆਇਰਮੈਂਟ ਇਹ ਆ ਜਾਂਦੀ ਹੈ ਕਿ ਇਹ ਮੇਰਾ ਲੋਕਲ ਯੂਜ਼ਰ ਜਿਹੜਾ ਵਾ ਇਹ ਬਾਹਰੋਂ ਈਮੇਲ ਰਿਸੀਵ ਨਾ ਕਰ ਸਕੇ, ਜਾਂ ਬਾਹਰ ਈਮੇਲ ਸੈਂਡ ਨਾ ਕਰ ਸਕੇ, ਜਾਂ ਅਗਰ ਈਮੇਲ ਸੈਂਡ ਕਰੇ ਤਾਂ ਇਹਨੂੰ ਇੱਕ ਐਸਾ ਲੋਕਲ ਯੂਜ਼ਰ ਹੈ ਇਹ ਸਪੈਸੀਫਿਕ ਨੰਬਰ ਆਫ ਐਕਸਟਰਨਲ ਅਕਾਊਂਟਸ ਤੇ ਈਮੇਲ ਸੈਂਡ ਕਰ ਸਕੇ, ਸਪੈਸੀਫਿਕ ਨੰਬਰ ਆਫ ਸਪੈਸੀਫਿਕ ਡੋਮੇਨਸ ਜਾਂ ਈਮੇਲ ਐਡਰੈਸਸ ਤੋਂ ਈਮੇਲ ਫੈਚ ਕਰ ਸਕੇ। ਅਦਰਵਾਈਜ਼ ਜਿਹੜੀ ਵੀ ਈਮੇਲ ਹੋਏ ਉਹ ਸੈਂਡ ਰਿਸੀਵ ਨਾ ਕਰ ਸਕੇ। ਨਹੀਂ ਬਾਹਰ ਇਹਨੂੰ ਬੜਾ ਰਿਸਟ੍ਰਿਕਟਡ ਜਿਹਾ ਬਣਾਉਣਾ। ਇਹਨੂੰ ਜੀਮੇਲ ਦੇ ਉੱਪਰ ਇੱਕ ਮਤਲਬ ਜਾਂ ਕਹਿ ਲਓ ਕਿ ਇੱਕ xyz.com ਸਾਡੀ ਡੋਮੇਨ ਆ, ਇਹ ਸਿਰਫ ਉਹਦੇ ਤੋਂ ਈਮੇਲਾਂ ਸੈਂਡ ਕਰੇ, ਉੱਤੋਂ ਹੀ ਨਵੇਂ ਹੋਰ ਬਾਹਰੋਂ ਇਹਨੂੰ ਕੋਈ ਜੀਮੇਲ ਦਾ ਬੰਦਾ ਸੈਂਡ ਕਰੇ ਜਾਂ ਕੋਈ ਹੋਰ xyz ABC ਡੋਮੇਨ ਵਾਲਾ ਬੰਦਾ ਸੈਂਡ ਕਰੇ ਤਾਂ ਉਹਦੀ ਈਮੇਲ ਉਹਨੂੰ ਨਾ ਮਿਲੇ। ਇਹ ਰਿਸਟ੍ਰਿਕਸ਼ਨ ਦੇ ਵਿੱਚ ਜਾ ਕੇ ਤੁਸੀਂ ਯੂਜ਼ਰ ਨੂੰ ਰਿਸਟ੍ਰਿਕਟ ਕਰ ਸਕਦੇ ਹੋ ਕਿ ਇਹਨੂੰ ਸਿਰਫ ਔਰ ਸਿਰਫ ਇਹ ਯੂਜ਼ਰ ਰਿਸਟ੍ਰਿਕਟ ਹੋਵੇ ਆਊਟਬਾਊਂਡ ਡੋਮੇਨ ਦੇ ਉੱਪਰ, ਇਹ ਐਡਰੈਸ ਜਾਂ ਇਹ ਨੰਬਰ ਆਫ ਡੋਮੇਨਸ ਹੋਣ, ਇਹਦੇ ਤੋਂ ਈਮੇਲਾਂ ਲਵੇ, ਬਾਕੀ ਜਿੰਨੀਆਂ ਈਮੇਲਾਂ ਹੋਣ ਉਹਨੂੰ ਰਿਫਿਊਜ਼ ਕਰੀ ਜਾ। ਇਸ ਤਰ੍ਹਾਂ ਹੀ ਸੈਂਡਿੰਗ ਦਾ ਵੀ ਆ, ਇਹ ਫਰੋਮ ਆ ਸੌਰੀ, ਇਹ ਟੂ ਹੈਗਾ ਕਿ ਟੂ ਦੇ ਵਿੱਚ ਅਗਰ ਇਹ ਐਡਰੈਸਸ ਹੋਣ ਤੇ ਇਹਦੀ ਈਮੇਲ ਨਿਕਲੇ, ਅਗਰ ਨਾ ਹੋਵੇ ਤਾਂ ਨਾ ਨਿਕਲੇ। ਲਾਈਕਵਾਈਜ਼ ਕੋਈ ਡੋਮੇਨ ਹੈ, ਇਹ ਡੋਮੇਨ ਹੋਵੇ ਤੇ ਨਿਕਲੇ। ਡੋਮੇਨ ਵੀ ਦੇ ਸਕਦੇ ਨਾ, ਕਲਾ ਐਡਰੈਸ ਵੀ ਦੇ ਸਕਦੇ ਤੁਸੀਂ ਬਾਈ, ਐਡਰੈਸ ਵੀ ਦੇ ਸਕਦੇ। ਸਪੋਜ਼ ਉਹਨੂੰ ਮੈਂ ਕਿਹਾ ਕਿ ਅਗਰ ਇਹਦਾ ਐਡਰੈਸ ਹੋਵੇ ਅਦਨਾਨ @test.fsd, ਟੈਸਟ ਇਹ ਐਡਰੈਸ ਹੋਵੇ ਤੇ ਈਮੇਲ ਤੇ ਨਿਕਲੇ, ਅਦਰਵਾਈਜ਼ ਨਾ। ਅਗਰ ਕੱਲੀ ਡੋਮੇਨ ਦੇਣੀ ਹੋਵੇ ਹਾਂ ਤੇ ਦੇ ਲਓ ਨਾ @starek ਡੋਮੇਨ ਦੀਆਂ ਜਿਹੜੀਆਂ ਬਿਨਾਂ ਹੁੰਦੀਆਂ starek @test.fsd। ਅੱਛਾ ਹੁਣ ਇੱਧਰ ਵਾਪਸ ਆ ਜਾਓ ਤੁਸੀਂ। ਮੇਰਾ ਲੋਕਲ ਦੇ ਉੱਤੇ ਸ਼ਾਇਦ ਉਹਨੂੰ ਮੈਂ ਕਿਹਾ ਅਲੀ ਟੈਸਟ ਲੋਕਲ ਡੋਮੇਨ ਤੇ ਕਰ ਦਿੱਤੀ ਲੋਕਲ ਡੋਮੇਨ ਤੇ ਉਹਨੇ ਕਰ ਦਿੱਤੀ ਹੈ ਈਮੇਲ। ਲੋਕਲ ਡੋਮੇਨ ਐਕਚੁਅਲੀ ਬਾਈਪਾਸ ਨਹੀਂ ਹੋਣੀ, ਐਕਸਟਰਨਲ ਡੋਮੇਨਸ ਵਾਸਤੇ ਹੈਗਾ ਇਹ। ਮੈਂ ਇਸ ਤਰੀਕੇ ਨਾਲ ਕਰਾਂ, ਹਾਂ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਵਾ ਕਿ ਇਹਨੂੰ ਮੈਂ ਕਿਹਾ ਅੱਛਾ ਯਾਰ एक्टिव हैगा, ईमेल नहीं निकलनी चाहिए। एंड में मतलब मैसेज आ रही है ਇਹਦਾ ਤੁਹਾਨੂੰ ਅਲਾਉ ਹੀ ਨਹੀਂ ਹੈ ਈਮੇਲ ਕਿਸੇ ਨੂੰ ਸੈਂਡ ਕਰਨ। ਠੀਕ, ਹੁਣ ਮੈਂ ਉਸ ਜਗ੍ਹਾ ਤੇ ਜਾ ਕੇ ਆਪਣਾ ਯੂਜ਼ਰ ਵਾਈਟ ਲਿਸਟ ਕਰ ਲੈਣਾ। दिखा रहा हूँ। अच्छा सही बाबा खाए की क्या ऑप्शन है? नहीं बाबा की जाना बाबा खाए तो सही। कुछ नहीं बोलो। मैंने बाहर जाना, आपके पास ही बैठो। मैंने काम कर लिया। पढ़ना भी इस टाइम स्पैम हो गया, ठीक है। स्पैम करके वापस कर दी टेस्टिंग। ठीक है, ਇਹ ਰਿਸਟ੍ਰਿਕਸ਼ਨਸ ਤੁਸੀਂ ਇਹਨੂੰ
ਲਗਾ ਸਕਦੇ ਹੋ ਉੱਥੇ ਇਨਕਮਿੰਗ ਔਰ ਆਊਟਗੋਇੰਗ ਦੇ ਉੱਪਰ ਦੋਨਾਂ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਦੇ ਵਿੱਚ ਜਿਹੜੀਆਂ ਸਰ ਐਡ ਆ ਸਿਰਫ ਉੱਤੇ ਜਾਏਗੀ, ਜਿਹੜੀਆਂ ਤੁਸੀਂ ਐਡ ਕਰੋਗੇ ਉਹਨਾਂ ਦੇ ਉੱਤੇ ਮਤਲਬ ਅਦਰਵਾਈਜ਼ ਉੱਪਰ ਫਰੋਮ ਫਰੋਮ ਜਿੰਨੀਆਂ ਐਡ ਕਰੋਗੇ ਉਧਰੋਂ ਰਿਸੀਵ ਹੋਏਗੀ, ਉਧਰੋਂ ਰਿਸੀਵ ਹੋਣੀ ਹੈ ਉਧਰ ਟੂ ਹੋਏਗੀ। ਲੋਕਲ ਤਾਂ ਨਹੀਂ ਹੈ, ਜਿਹੜੀਆਂ ਬਾਹਰੋਂ ਹੋਣੀਆਂ ਮੈਂ ਉਹਨਾਂ ਦੇ ਅੱਛਾ ਜੀ, ਅਗਲੀ ਚੀਜ਼ ਹੈਗੀ ਜੀ IMAP ਦੀ। ਈਮੇਲ ਤੇ ਅਸੀਂ ਕਨਫੀਗਰ ਕਰ ਲਿੱਤਾ। ਹੁਣ IMAP ਮਲਟੀਪੌਪ ਯਾਨੀ ਅਸੀਂ ਡੋਮੇਨ ਦੇ ਨਾਲ ਹੋਸਟਿੰਗ ਅਕਾਊਂਟ ਦੇ ਨਾਲ ਇਸ ਯੂਜ਼ਰ ਨੂੰ ਲਿੰਕ ਕਰਨਾ। ਹੋਸਟਿੰਗ ਅਕਾਊਂਟ ਦੇ ਨਾਲ ਲਿੰਕ ਅਗਰ ਡੋਮੇਨ ਤੇ ਪੌਪ ਕਰਨੇ ਫਿਰ ਤਾਂ ਜ਼ਰੂਰਤ ਨਹੀਂ ਪੈਂਦੀ, ਲੇਕਿਨ ਸਾਡਾ ਮਲਟੀਪੌਪ ਸੈਸ਼ਨ ਹੈਗਾ, ਅਸੀਂ ਮਲਟੀਪੌਪ ਕੇਸ ਦੇ ਵਿੱਚ ਇਹਨੂੰ ਲਿੰਕ ਕਰਨਾ ਤੇ ਤੁਸੀਂ ਇਨੇਬਲ ਮਲਟੀਪੌਪ ਕਰਕੇ mail.ਆਪਣੀ domain.com ਈਮੇਲ ਐਡਰੈਸ ਪਾਸਵਰਡ ਠੀਕ ਹੈ ਇਨੇਬਲ ਐਂਟਰੀ ਰੱਖ ਕੇ ਐਡ ਕਰ ਲਓਗੇ, ਤੁਹਾਡਾ ਅਕਾਊਂਟ ਲਿੰਕ ਹੋ ਜਾਏਗਾ, ਤੁਹਾਡਾ ਅਕਾਊਂਟ ਸਿੰਕ ਹੋ ਜਾਏਗਾ। ਹੁਣ ਮੇਰੇ ਕੋਲ ਐਕਚੁਅਲੀ ਟੈਸਟ ਹੈ ਨਹੀਂ ਐਸਾ, ਵਰਨਾ ਮੈਂ ਟੈਸਟ ਕਰਵਾ ਸਰ ਤੁਸੀਂ ਕਰ ਲਓ ਐਡ ਅਲੀ ਮੇਲ ਡਾਟ ਕੁਜ਼ੀ COSIINT.com पीछे ali@kuziint.com पासवर्ड 321 है। मैं टेस्टिंग बेस की रखा ਸੀ कि 3 दफा हाँ जी ठीक है ऐड कर दोगे, एंट्री ऐड हो जाएगी। ਤੁਸੀਂ ਅਗਰ ਲੀਵ ਆ ਕਾਪੀ ਕਰਨਾ ਵਾ ਲੀਵ ਆ ਕਾਪੀ ਵਗੈਰਾ ਇਹਨੂੰ ਚੈੱਕ ਰੱਖ ਸਕਦੇ ਹੋ ਤੁਸੀਂ ਨਾਰਮਲੀ। यूज पॉप सर की है ਐਕਸੈਸ ਪ੍ਰੋਟੋਕੋਲ ਹੈਗਾ ਉਹਦਾ ਪੌਪ ਸੀ ਦਾ ਪੁਰਾਣਾ ਪ੍ਰੋਟੋਕੋਲ ਹੈਗਾ, ਪਾਸਪੋਰਟ ਆਫਿਸ ਪ੍ਰੋਟੋਕੋਲ ਫਸਟ ਟਾਈਮ ਕਰੰਟ ਵਰਜ਼ਨ 3 ਚੱਲ ਰਿਹਾ ਨੇ। ਅੱਛਾ ਸਰ ਹੁਣ ਇਹਨੂੰ ਕਰਨਾ ਅਸੀਂ ਮਲਟੀਪੌਪ ਐਕਟਿਵ ਹੈ, ਐਕਟਿਵ ਹੀ ਹੈ। ਇਹ ਮਲਟੀਪੌਪ ਆਪਸ਼ਨਸ ਹੈ, ਮਲਟੀਪੌਪ ਕਰੋਗੇ ਤੁਹਾਨੂੰ ईमेल सर भी सेंड कर लो ना जीमेल तो या ਉਹਨੇ ਸ਼ੇਕ ਹੈਂਡ ਤੇ ਤੁਹਾਨੂੰ ਦੱਸਣਾ ਪਹਿਲੇ। ਹੈਲੋ ਸਰ ठीक है, ऐसी सेशन लगाया ईमेल डाउनलोड करनी शुरू कर गया 18.72 K ਦੇ ਨਾਲ this जैसे टाइम आउट्स ਜਿਹੜੇ ਉੱਥੇ ਫੜ ਲੈਣੀ ਸਾਰੇ ਟਾਈਮ ਆਊਟਸ ਲਗਾਏ ਹੋਏ ਤੁਸੀਂ। ਅੱਛਾ ਉਹ ਮੇਰਾ ਇੰਟਰਨੈਟ ਇਸਤੇਮਾਲ ਹੋਣ ਡਿਆ ਸਾਰੇ ਤੁਸੀਂ ਟਾਈਮ ਆਊਟਸ ਲਗਾਏ। ਤੁਹਾਡੀ ਖੈਰ ਹੋ ਗਈ, ਉਹ ਹੁਣ ਯਾਦ ਆਇਆ ਇਹ ਤੁਹਾਨੂੰ ਵੀ ਬਹੁਤ ਲੋੜ ਹੈ ਸਮਝ ਲੱਗੀ ਠੀਕ ਹੈ। ਅੱਛਾ ਇੱਕ ਤੇ ਥ੍ਰੈਟ ਬੜਾ ਵੱਡਾ ਯਾਰ। ਇਹ ਨੰਬਰ ਆਫ ਤੁਹਾਡੀਆਂ ਈਮੇਲ ਜਿਹੜੀਆਂ ਡਾਊਨਲੋਡ ਜਿਹੜੀਆਂ ਪਹਿਲੇ ਇੰਨੀਆਂ ਨਹੀਂ ਸੀਗੀਆਂ, ਹੁਣ ਤੁਹਾਡੀਆਂ ਇੰਨੀਆਂ ਈਮੇਲਾਂ ਜਿਹੜੀ ਰਿਕਾਰਡਿੰਗ ਸਟਾਰਟ ਹੈ ਨਾ ਉੱਤੇ ਤੁਸੀਂ ਡਿਪੈਂਡ ਕਰਦੇ ਹੋ ਪੂਰੇ ਦਾ ਪੂਰਾ। ਹੁਣ ਇਹਨੂੰ ਅਸੀਂ ਸੈਂਡ ਸੇਵ ਕਰਾਂਗੇ। ਇਹ ਆ ਗਈਆਂ ਜੀ ਕਿਹੜੀਆਂ ਗਈਆਂ ਹੰਟਰ ਦਾ ਫਲਾਣਾ ਟਮਕਾਣਾ, ਆ ਸਾਰੀਆਂ ਈਮੇਲਾਂ ਹੁਣ ਉਹਨੇ ਡਾਊਨਲੋਡ ਕਰਕੇ ਲੈ ਕੇ ਆਇਆ ਸੀ। ਜਿਹੜਾ ਇਮਰਾਨ ਸਾਹਿਬ ਨੇ ਸੱਚ ਲਿਖਾਇਆ ਸੀਗਾ ਐਡਰੈਸ ਉਹ ਤੋਂ ਠੀਕ ਹੋ ਗਿਆ। ਇਹ ਮਲਟੀਪੌਪ ਉਹ ਉਹਦੀਆਂ ਮਿਲਾਂ ਆ ਰਹੀਆਂ। ਵੈਬ ਦੀ ਈਮੇਲ ਹੈ ਬਸ ਕਿਉਂਕਿ ਸਰ ਇਹ ਮਲਟੀਪੌਪ ਵੀ ਐਡ ਹੋ ਗਿਆ। ਇਹ ਅਲੀ ਦੇ ਯੂਜ਼ਰ ਵਾਸਤੇ ਮਲਟੀਪੌਪ ਸੀ। ਮਤਲਬ ਅਸੀਂ ਟੈਸਟਿੰਗ ਕੀਤੀ ਨਾ, ਵਰਨਾ ਟੈਸਟ ਹੈ ਨਾ ਨੀਚੇ ਕੋਈ ਵੀ ਹੋਵੇ ਤੁਸੀਂ ਉਹਦੇ ਵਿੱਚ ਜੋ ਲਾਣਾ ਉਹਨੇ ਚੁੱਕ ਲਿਆਣਾ ਚੁੱਕ ਲੈਣਗੇ ਸੀਗਾ। ਨਹੀਂ ਲਿਆ ਕੇ ਤੇ ਉਹ ਜ਼ਾਹਿਰ ਉਹ ਲੈ ਕੇ ਤੇ ਆ ਹੀ ਰਿਹਾ, ਮਲਟੀਪੌਪ ਤੇ ਇਨੇਬਲ ਹੋ ਗਿਆ, ਈਮੇਲਾਂ ਲੈ ਕੇ ਆਪਣੇ ਕੋਲ ਆ ਗਿਆ। ਲੇਕਿਨ ਅੱਗੇ ਜਿਹੜਾ ਯੂਜ਼ਰ ਅਸੀਂ ਕਨਫਿਗਰ ਕੀਤਾ ਜਿਹਦੇ ਕੋਈ ਈਮੇਲ ਆ ਰਹੀ ਹੈ ਉਹ ਅਲੀ ਹੈ। ਹਾਂਜੀ ਉਹ ਅਲੀ ਆ ਇਹਦੇ ਉੱਪਰ test.fs ਐਕਚੁਅਲੀ ਐਗਜ਼ਿਸਟ ਨਹੀਂ ਨਾ ਕਰ ਰਹੀ, ਠੀਕ। ਸੋ ਅਸੀਂ ਬੈਕਐਂਡ ਦੇ ਉੱਤੇ ਉਹ ਵਾਲਾ ਈਮੇਲ ਐਡਰੈਸ ਲਗਾਇਆ ਹੈਗਾ। ਲੋਕਲ ਹੀ ਮੈਸੇਜ ਚੁੱਕ ਸਕਦੇ ਹਾਂ, ਸੌਰੀ ਲੋਕਲ ਯੂਜ਼ਰ ਨੇ ਇਦਾਂ ਮੇਰਾ ਚੁੱਕ ਸਕਦੇ, ਮਤਲਬ ਮੈਂ ਲੋਕਲ ਯੂਜ਼ਰ ਹਾਂ ਉੱਥੇ, ਠੀਕ। ਅਗਰ ਜਿਸ ਤਰ੍ਹਾਂ ਇਮਰਾਨ ਸਾਹਿਬ ਨੇ ਇੱਕ ਐਡਰੈਸ ਲਗਾਇਆ ਤਾਂ ਉਹਨੇ ਮੇਲਾਂ ਫੈਚ ਕਰਨੀ ਸ਼ੁਰੂ ਕਰਤੀ। ਨਹੀਂ ਉਹ ਐਡਰੈਸ ਬਕਾਇਦਾ ਐਗਜ਼ਿਸਟ ਕਰ ਰਿਹਾ ਨਾ ਐਡਰੈਸ, ਲਾਈਵ ਸਹੀ ਹੋ ਐਡਰੈਸ ਐਗਜ਼ਿਸਟ ਕਰ ਰਿਹਾ ਐਡਰੈਸ। ਇਹ ਕੁਜ਼ੀ ਇੰਟਰਨੈਸ਼ਨਲ ਦੀ ਡੋਮੇਨ ਤੇ ਬਣੇ ਆ। ਤੇ ਅੱਜ ਮੈਂ ਬਣਾਇਆ ਨਾ ਟੈਸਟਿੰਗ ਬੇਸ ਵਾਸਤੇ। ਅੱਛਾ ਸਰ ਹੁਣ ਅਕਾਊਂਟਸ ਬਣ ਗਏ, ਠੀਕ ਹੈ। ਜ਼ਰੂਰਤ ਪੈ ਗਈ ਹੁਣ ਅਕਾਊਂਟ ਇੱਕ ਯੂਜ਼ਰ ਬਣਾ ਲਿੱਤਾ, ਉਹਨੇ ਮੈਨੂੰ ਪਾਸਵਰਡਸ ਦੇਖਣ ਦੀ ਜ਼ਰੂਰਤ ਪੈ ਗਈ ਕਿ ਮੈਂ ਪਾਸਵਰਡਸ ਵਿਊ ਕਰਨੇ ਅਕਾਊਂਟ ਦੇ ਯੂਜ਼ਰ ਤੇ ਕਨਫੀਗਰੇਸ਼ਨ ਦੇ ਉੱਪਰ ਸਮਾਂ ਕੋਈ ਯੂਜ਼ਰ ਪਾਸਵਰਡ ਭੁੱਲ ਗਿਆ ਹੈ ਜੋ ਵੀ ਹੈ, ਉਹਦੇ ਵਾਸਤੇ ਤੁਸੀਂ ਨਾ ਇਹਦੀ ਅਕਾਊਂਟ ਫਾਈਲ ਨੂੰ ਐਕਸਪੋਰਟ ਕਰਵਾ ਸਕਦੇ ਹੋ। ਜਿਹੜੀ ਅਕਾਊਂਟ ਫਾਈਲ ਬਣੀ ਹੋਈ ਨਾ ਉਹਨੂੰ ਐਕਸਪੋਰਟ ਕਰਵਾ ਸਕਦੇ ਹੋ। ਐਕਸਪੋਰਟ ਕਰਵਾਉਣ ਵਾਸਤੇ ਅਕਾਊਂਟਸ ਵਿੱਚ ਐਕਸਪੋਰਟ ਅਕਾਊਂਟ ਲਿਮਿਟਡ ਲਿਮਿਟਡ ਫਾਈਲ 9 10 ਤੱਕ ਤੇ 11 ਤੱਕ ਵੀ ਅਥੈਂਟੀਕੇਸ਼ਨ ਨਹੀਂ ਸੀ ਮੰਗ ਰਿਹਾ, ਅਥੈਂਟੀਕੇਸ਼ਨ ਆਪਸ਼ਨ ਨਹੀਂ ਸੀ ਹੁੰਦੀ, ਲੇਕਿਨ 11 ਤੋਂ ਆਨਵਰਡ ਅਥੈਂਟੀਕੇਸ਼ਨ ਇਹਦੀ ਬੈਕਐਂਡ ਤੇ ਲੱਗਦੀ ਕਿ ਇੱਕ ਯੂਜ਼ਰ ਬਣੇ ਗਲੋਬਲ ਕਨਫੀਗਰੇਸ਼ਨ ਐਡਮਿਨਿਸਟ੍ਰੇਟਰ ਦੇ ਨਾਲ। ਗਲੋਬਲ ਕਨਫੀਗਰੇਸ਼ਨ ਐਡਮਿਨਿਸਟ੍ਰੇਟਰ ਦੇ ਨਾਲ ਯੂਜ਼ਰ ਹੋਏਗਾ, ਸਿਰਫ ਉਹੀ ਇਹਨੂੰ ਫੈਚ ਕਰ ਸਕਦਾ ਵਾ, ਅਦਰਵਾਈਜ਼ ਕੋਈ ਯੂਜ਼ਰ ਫੈਚ ਨਹੀਂ ਕਰ ਸਕਦਾ। ਤੁਸੀਂ ਯੈਸ ਕਰੋਗੇ ਨਾ ਤਾਂ ਕੋਈ ਪਾਸਵਰਡ ਮੰਗੇਗਾ ਯੂਜ਼ਰ ਦਾ, ਯੂਜ਼ਰ ਨੇਮ ਪਾਸਵਰਡ ਦਿਓ ਜਿਹਨੂੰ ਅਥੈਂਟੀਕੇਟ ਕਰਵਾ ਕੇ
ਤੇ ਫਾਈਲ ਐਕਸਪੋਰਟ ਕਰ। ਅੱਛਾ, ਜਿਹੜਾ ਤੁਸੀਂ ਡੈਮਨ ਦੇ ਵਿੱਚ ਯੂਜ਼ਰ ਇੱਕ ਕ੍ਰੀਏਟ ਕੀਤਾ ਹੋਏਗਾ ਅਦਨਾਨ ਵਾਲਾ ਜਿਹੜਾ ਨਾ ਉਹ ਤੁਸੀਂ ਉਹ ਕੀਤਾ ਸੀ? ਉਹਨੂੰ ਰਾਈਟਸ ਅਸੀਂ ਐਲੋਕੇਟ ਕਰਨੇ। ਸਪੋਜ਼ ਇਹ ਇੱਕ ਯੂਜ਼ਰ ਹੈਗਾ, ਠੀਕ ਹੈ, ਇਹਨੂੰ ਵੀ ਤੁਸੀਂ ਦੇ ਸਕਦੇ ਹੋ, ਇਹਨੂੰ ਵੀ ਦੇ ਕਿਸੇ ਨੂੰ ਸਕਦੇ ਵੀ ਹੋ, ਦੇ ਕਿਸੇ ਇੱਕ ਸਕਦੇ ਯੂਜ਼ਰ ਨੂੰ ਰਾਈਟ ਦੇ ਸਕਦੇ ਹੋ। ਮੈਂ ਅਲੀ ਨੂੰ ਰਾਈਟਸ ਦੇਣਾ ਠੀਕ ਚਾਹ ਹੈ। ਰਿਹਾ, ਠੀਕ ਹੈ। ਮੈਂ ਅਲੀ ਦੇ ਯੂਜ਼ਰ ਚ ਆ ਕੇ ਆਪਸ਼ਨਸ ਦੇ ਵਿੱਚ ਆਇਆ, ਇਹ ਹੈਗਾ ਜੀ ਗਲੋਬਲ ਅਕਾਊਂਟ, ਗਲੋਬਲ ਐਡਮਿਨਿਸਟ੍ਰੇਟਰ, ਅਕਾਊਂਟ ਡੋਮੇਨ ਐਡਮਿਨਿਸਟ੍ਰੇਟਰ ਆ ਜਾਂ ਗਲੋਬਲ ਐਡਮਿਨਿਸਟ੍ਰੇਟਰ। ਗਲੋਬਲ ਐਡਮਿਨਿਸਟ੍ਰੇਟਰ ਜਿੰਨੀ ਵੀ ਡੋਮੇਨਸ ਹੋਣਗੀਆਂ ਉਹਨਾਂ ਸਾਰਿਆਂ ਦਾ ਬਣ ਜਾਏਗਾ। ਡੋਮੇਨ ਐਡਮਿਨਿਸਟ੍ਰੇਟਰ platform ਇੱਕ ਤੇ ਸਿੰਗਲ ਡੋਮੇਨ ਦਾ, ਠੀਕ ਹੋ ਗਿਆ। ਠੀਕ ਹੈ। ਇਹ ਡਿਪੈਂਡਸ ਦੋਨਾਂ ਯੂਜ਼ਰਸ ਦੇ ਨਾਲ ਲੌਕ ਹੋ ਜਾਏਗਾ। ਤੁਸੀਂ ਜਿਹੜੇ ਯੂਜ਼ਰ ਨਾਲ ਗਲੋਬਲ ਐਡਮਿਨਿਸਟ੍ਰੇਟਰ ਨਾਰਮਲੀ ਅਸੀਂ ਬਣਾ ਲਿੱਤਾ, ਗਲੋਬਲ ਐਡਮਿਨਿਸਟ੍ਰੇਟਰ ਬਣਾਇਆ, ਨਾਲੇ ਹੀ ਉਹਦਾ ਬਸ ਚੇਂਜ ਹੋ ਗਿਆ। ਮੈਂ ਇਹਨੂੰ ਕਿਹਾ ਅਕਾਊਂਟ ਐਕਸਪੋਰਟ ਕਰੇ, ਯੂਜ਼ਰ ਨੇਮ ਸੀਗਾ ਅਲੀ, ਪਾਸਵਰਡ ਸੀਗਾ 1 2 3 4 5, ਚਲੋ ਮੈਂ ਫਿਲਹਾਲ 5 ਲਗਾਇਆ। ਜਾਂ ਮੈਂ ਇਹਨੂੰ ਕਿਹਾ ARCHIVE ਆਰਕਾਈਵ ਔਰ ਪਾਸਵਰਡ ਸੀ 1 2 3 4, ਮੈਂ ਟੈਸਟ ਕਰਨ ਲੱਗਾ। ਓਕੇ ਕੀਤਾ, ਉਹ ਕਹਿੰਦਾ ਜੀ ਐਕਸੈਸ ਡਿਨਾਈਡ ਹੈ, ਠੀਕ ਹੈ। ਦੁਬਾਰਾ ਮੈਂ ਇਹਨੂੰ ਕਿਹਾ ਅਕਾਊਂਟ ਐਕਸਪੋਰਟ, ਯੂਜ਼ਰ ਨੇਮ ਅਲੀ ਔਰ ਪਾਸਵਰਡ ਕੀ ਕੀਤਾ, ਮੈਸੇਜ ਕਰ ਗਿਆ। ਵਾਪਸ ਆਏ ਸੀ ਡਰਾइव ਦੇ ਉੱਪਰ, ਐਪ mdaemon ਐਪ ਦਾ ਫੋਲਡਰ ਔਰ ਇਹਦੇ ਅੰਦਰ accounts.csv ਫਾਈਲ, ਠੀਕ ਹੈ। ਇਹ CSV ਫਾਈਲ ਦੇ ਵਿੱਚ ਸਾਡੀ ਸਾਰੀ ਨੂੰ ਫਿਲਹਾਲ ਅਸੀਂ ਕਹਿ ਦਿੱਤਾ ਕਿ ਓਪਨ ਕਰ ਦੇਵੇ ਵਰਡਪੈਡ ਦੇ ਅੰਦਰ। ਇਹ ਮੇਲ ਬਾਕਸ ਆ, ਮੈਂ ਉਹਨੂੰ ਕਿਹਾ ਯਾਰ ਇੱਥੇ ਮੈਨੂੰ ਨਾ ਅਲੀ ਦੇ ਯੂਜ਼ਰ ਨੂੰ ਸਰਚ ਕਰੇ। ਅਲੀ ਦੇ ਯੂਜ਼ਰ ਨੂੰ ਸਰਚ ਕੀਤਾ ਤੇ ਇਹ ਅਲੀ ਦੇ ਯੂਜ਼ਰ ਦਾ ਪਾਸਵਰਡ ਲਿਖਿਆ। ਇਹਨੂੰ ਐਕਚੁਅਲੀ ਇਹ ਅਗਰ ਨਾਰਮਲੀ ਉਹਦੇ ਵਿੱਚ ਐਕਸਲ ਦੇ ਵਿੱਚ ਓਪਨ ਐਕਸਲ ਚ ਓਪਨ ਹੋਏਗੀ। ਐਕਸਲ ਦੀ ਫਾਈਲ ਹੈਗੀ, ਐਕਸਲ ਚ ਓਪਨ ਹੋਏ ਤਾਂ ਸਹੀ ਆ ਜਾਂਦਾ। ਮੈਂ ਬਸ ਵਿਊ ਕਰਵਾਉਣਾ ਸੀਗਾ, ਵਿਊ ਸਰ ਲੋਕਲ ਦਾ ਹੀ ਦੱਸੇਗਾ ਨਾ। ਲੋਕਲ ਦਾ ਮਲਟੀਪੌਪ ਦੇ ਵਿੱਚ ਤੇ ਤੁਹਾਡਾ ਜਿਹੜਾ ਡੋਮੇਨ ਮਲਟੀਪੌਪ ਦੇ ਜਿਹੜੇ ਪਾਸਵਰਡ ਸੇਵ ਹੋ ਰਹੇ ਹੁੰਦੇ ਇੱਥੇ ਨਹੀਂ ਹੋ ਰਹੇ ਹੁੰਦੇ, ਉਹ ਫਾਈਲ ਵੀ ਮੈਂ ਤੁਹਾਨੂੰ ਦਿਖਾ ਦਿੰਦਾ। multipop.dat multipop ਦੀਆਂ ਜਿੰਨੇ ਵੀ ਤੁਸੀਂ ਯੂਜ਼ਰ ਨੇਮ ਪਾਸਵਰਡ ਹੁੰਦੇ, ਸੋ ਤੁਸੀਂ ਅਗਰ ਐਪ ਦਾ ਫੋਲਡਰ, ਮੈਂ ਕਿਹਾ ਸੀ ਐਪ ਦਾ ਫੋਲਡਰ ਇੰਪੋਰਟੈਂਟ ਫੋਲਡਰ ਹੈਗਾ, ਸਾਰੀ ਕਨਫੀਗਰੇਸ਼ਨ ਇਹਦੇ ਅੰਦਰ ਹੀ ਸੇਵ ਆਊਟ ਹੋ ਜਾਂਦੀ, ਜਿਵੇਂ ਤੁਸੀਂ ਕਨਫੀਗਰੇਸ਼ਨ ਤੱਕ ਕੀਤੀ ਸਾਰੀ ਇਹਦੇ ਅੰਦਰ ਹੀ ਸੇਵ ਹੋਈ। ਇਹਦੇ ਅੰਦਰੋਂ ਵੀ ਜਿਹੜੀਆਂ ਇੰਪੋਰਟੈਂਟ ਹੁੰਦੀਆਂ, ਇੱਕ accounts.csv ਦੀ ਫਾਈਲ, ਇੱਕ multipop.dat ਦੀ ਫਾਈਲ, ਇਹ ਦੋ ਫਾਈਲਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਵਾ ਕਿ ਇਹਦੇ ਜਿੰਨੀ ਵੀ ਯੂਜ਼ਰ ਦੀ ਇਨਫੋਰਮੇਸ਼ਨ ਲਿਖੀ ਹੁੰਦੀ ਸਾਰੀ ਇਹਦੇ ਅੰਦਰ ਸਟੋਰ ਹੋ ਰਹੀ ਹੁੰਦੀ। ਅੱਛਾ ਜੀ, ਇਹ ਅਸੀਂ ਇੱਕ ਫਾਈਲ ਨੂੰ ਕਰ ਲਿੱਤਾ ਐਕਸਪੋਰਟ। ਫਾਈਲ ਨੂੰ ਇੰਪੋਰਟ ਵੀ ਇੱਥੋਂ ਹੀ ਕਰਨਾ। ਇੰਪੋਰਟ ਫਾਈਲ ਕਰਨੀ ਹੈ, ਫਾਈਲ ਦਾ ਪਾਥ ਦੇ ਕੇ ਓਕੇ ਕਰੋਗੇ। ਕਿੱਦਾਂ, ਇੱਕ ਜ਼ਰੂਰਤ ਕਿੱਥੇ ਪੈ ਗਈ, mdaemon ਨੇ ਇਹ ਕਨਫੀਗਰ ਕੀਤਾ ਤੁਸੀਂ, ਠੀਕ ਹੈ। ਉਹਦੇ ਯੂਜ਼ਰ ਇੰਪੋਰਟ ਕਰਵਾਣੇ ਜਾਂ ਇੱਕ mdaemon ਉਠਾ ਕੇ ਦੂਸਰੇ mdaemon ਤੇ ਇੰਪੋਰਟ ਕਰਵਾਣੇ ਯੂਜ਼ਰ, ਉਹਦੇ ਟੈਸਟ ਬਣਾਉਣੀ ਹੈ, ਟੈਸਟ ਮਸ਼ੀਨ ਬਣਾਉਣੀ, ਟੈਸਟ ਇਨਵਾਇਰਨਮੈਂਟ ਬਣਾਉਣਾ, ਇਹਦੇ ਯੂਜ਼ਰ ਉਠਾ ਕੇ ਉੱਧਰ ਇੰਪੋਰਟ ਕਰਨੇ। ਮਲਟੀ account.csv ਦੀ ਫਾਈਲ ਇੰਪੋਰਟ ਕਰਵਾਉਣੀ ਆ, multipop.dat ਉੱਥੇ ਪਲੇਸ ਕਰ ਦੇਣੀ ਹੈ, ਉਹ ਇੰਪੋਰਟ ਨਹੀਂ ਕਰਵਾਉਣੀ। multipop.dat ਦੀ ਫਾਈਲ ਪਹਿਲੇ ਉੱਥੇ ਪਲੇਸ ਕਰ ਦੇਣੀ, ਕਾਪੀ ਕਰ ਦੇਣੀ ਆ, ਦੈਨ accounts.csv ਨੂੰ ਇੰਪੋਰਟ ਕਰਨਾ, ਠੀਕ ਹੈ। ਲੋਕਲੀ ਤੇ ਅੱਛਾ, ਮਲਟੀਪੌਪ ਦੋਨੋਂ ਕਨਫੀਗਰੇਸ਼ਨ ਹੋ ਜਾਏ। उनमें क्या सी कि जाने आने हूँ आखिरी चीज़ है टेंशन लैनी अज दे दिन दी, चलो नैक्सट कंटिन्यू कर लेंगे। अच्छा, मैं कैसी दी लॉग फाइल्स जिहड़ियां mdaemon दी सब तो mdaemon है ने मरिया नहीं, हाले है थोड़ा जिहा। mdaemon च एक्चुअली सब तो चीज़ कह लो कि इहदी क्रीम है ना, वो इहदी लॉग फाइल्स दा खेलना वा, इहदी लॉग फाइल्स तो इन्फॉर्मेशन रिट्रीव करना वा। समटाइम्स मेरा एक यूज़र कह दिंदा वा, एवें कह दिंदा वा ईमेल सेंड हो गई है, मैंने तो मिली नहीं, वो मैं ईमेल सेंड की थी, वो फलाने बंदे ने तो मिली नहीं गई, कि ईमेल निकली नहीं, देखो कितने है जी, गवाच गई जी ईमेल। ਤੁਸੀਂ ਫਿਰ ਉਸ ਯੂਜ਼ਰ ਨੂੰ ਝੂਠਾ ਕਰਨਾ, ਔਰ ਯੂਜ਼ਰ ਨੂੰ ਝੂਠਾ ਫਿਰ ਵਿਦ ਪ੍ਰੂਫ ਕਰਨਾ। ਜਿੱਦਾਂ ਅਸੀਂ ਹਾਈ ਵਾਟਰ ਤੋਂ ਕੁਝ ਹੱਦ ਤੱਕ ਯੂਜ਼ਰ ਨੂੰ ਝੂਠਾ ਕਰਦੇ, ਲੇਕਿਨ ਪੂਰਾ ਨਹੀਂ ਹੁੰਦਾ ਯੂਜ਼ਰ ਝੂਠਾ। ਨਾ ਕਹਿ ਸਕਦਾ ਤੂੰ ਆਪਣਾ ਚੇਂਜਸ ਕੀਤੇ, ਸੋ ਮੈਂ ਆਪਣਾ ਨਹੀਂ ਵੀ ਚੇਂਜਸ ਕੀਤੇ, ਜੋ ਵੀ ਹੈ। ਲੌਗ ਫਾਈਲਸ ਤੁਹਾਨੂੰ ਹਰ ਤਰ੍ਹਾਂ ਦੀ ਕੰਪਲੀਟ ਇਨਫੋਰਮੇਸ਼ਨ ਦੇ ਰਹੀ ਹੁੰਦੀ ਹੈ। ਮੈਂ ਅਕਾਊਂਟ ਮੈਨੇਜਰ 'ਚ ਆਇਆ, ਅਲੀ ਦਾ ਇੱਕ ਤਾਂ ਮੈਂ ਸਟੇਟਸ ਚੇਂਜ ਕਰ ਦਿੱਤਾ ਵਾਪਸ। ਦੂਸਰਾ ਕੰਮ ਮੈਂ ਇਹਦੇ ਤੇ ਇਹ ਕੀਤਾ, ਇਹਨੂੰ ਮੈਂ ਸਿਲੈਕਟ ਕਰਕੇ ਇਹਨਾਂ ਦੇ ਉੱਤੇ 1 ਲਾ ਦਿੱਤਾ ਔਰ ਇਹਨੂੰ ਮੈਂ ਰਿਪਲੇਸ ਕਰਵਾ ਲਿਆ, ਮੈਂ ਪਾਸਵਰਡ ਚੇਂਜ ਕਰ ਲਿਆ। ਮਲਟੀਪਲ ਪ੍ਰਾਈਮ 8:11 ਕਾਲ।
ਇੱਥੇ ਦੇਖੋਗੇ ਨਾ ਮਲਟੀਪਲ ਕਾਲ ਹੋ ਗਿਆ, ਇੱਥੇ ਦੇਖੋਗੇ ਮਲਟੀਪਲ ਕਾਲ ਹੋ ਗਿਆ, ਈਮੇਲ ਨਹੀਂ ਆ ਰਹੀ, ਯੂਜ਼ਰ ਨੇ ਈਮੇਲ ਸੈਂਡ ਕੀਤੀ, ਈਮੇਲ ਨਹੀਂ ਆ ਰਹੀ, ਯਾਰ ਫਲਾਣੇ ਯੂਜ਼ਰ ਨੇ ਈਮੇਲ ਸੈਂਡ ਕੀਤੀ ਆ ਮੈਨੂੰ ਤੇ ਨਹੀਂ ਮਿਲ ਰਹੀ। ਦੋ ਤਰੀਕੇ ਨੇ, ਇੱਕ ਤਰੀਕੇ ਤਾਂ ਹੈ ਕਿ ਹੋਸਟਿੰਗ ਤੇ ਜਾ ਕੇ ਦੇਖੋ ਈਮੇਲ ਡਿਲੀਵਰ ਹੋਈ ਹੈ, ਠੀਕ ਹੈ, ਲੰਬਾ ਕੰਮ ਆ, ਨਹੀਂ ਮੈਂ ਚੈੱਕ ਕਰਨਾ ਚਾਹ ਰਿਹਾ, ਮੈਂ ਆਪਣੇ ਸਰਵਰ ਤੋਂ ਚੈੱਕ ਕਰਨਾ, ਸਰਵਰ ਤੋਂ ਟਰੈਕ ਕਰਨਾ। ਸਰਵਰ ਤੋਂ ਟਰੈਕ ਕਰਨ ਦਾ ਤਰੀਕਾ ਫਿਰ ਇਹ ਹੈ, ਮੈਂ mdaemon ਵਾਲੇ ਫੋਲਡਰ 'ਚ ਆ ਗਿਆ, mdaemon ਦੇ ਅੰਦਰ ਲੌਗ ਵਾਲੇ ਫੋਲਡਰ 'ਚ ਆ ਗਿਆ, ਔਰ ਲੌਗ ਦੇ ਅੰਦਰ ਆ ਕੇ ਮਲਟੀਪੌਪ ਦੇ ਅੰਦਰ ਆ ਗਿਆ, 2/1/2018 2/1/3 ਕਿੱਥੇ 3 ਗਲੋਬਲ ਡੇਟ ਵਾਈਜ਼ ਕਰ ਲਓ, 8/7 ਦੀ ਲਾਸਟ ਐਕਸੈਸ ਹੋਈ ਹੈ। ਤੁਸੀਂ ਤਾਂ ਨਹੀਂ ਕਿਤੇ ਦੋ ਚ ਬੈਠੇ? ਨਹੀਂ ਉਹੀ ਆ ਫਾਈਲ। ਅੱਛਾ ਜੀ, ਇਹ ਵੀ ਫਾਈਲ ਹੈਗੀ, ਇਹਨੂੰ ਮੈਂ ਕਰ ਲੈਤਾ ਓਪਨ। ਇਹ ਸੀਗਾ 3 ਤਾਰੀਖ ਆ ਗਈ 8:11 ਤੇ, ਕਿਉਂਕਿ ਸਾਡਾ ਯੂਜ਼ਰ ਇੱਕ ਆ, ਸਾਨੂੰ ਆਸਾਨੀ ਇਸ ਵਜ੍ਹਾ ਤੋਂ ਕਿ ਯੂਜ਼ਰ ਇੱਕ ਆ। ਇੱਕ ਮਿੰਟ ਸਰ, ਆਪਾਂ ਪਹਿਲੇ ਕੋਈ ਹੋਰ ਚੀਜ਼ ਇਹਨਾਂ ਨੂੰ ਦਿਖਾਉਣਾ ਚਾਹ ਰਹੇ ਹਾਂ। ਇਸ ਤੋਂ ਪਹਿਲੇ 8:06 ਤੇ ਇਹ ਇੱਕ ਲਾਈਨ ਤੋਂ ਦੂਸਰੀ ਲਾਈਨ ਦੇ ਦਰਮਿਆਨ, ਇਹ ਇੱਕ ਲਾਈਨ ਤੇ ਇਹ ਇੱਕ ਲਾਈਨ ਦੇ ਦਰਮਿਆਨ ਇੱਕ ਸੈਸ਼ਨ ਆ, ਜਦੋਂ ਇੱਕ ਮਲਟੀਪੌਪ ਹਿੱਟ ਕੀਤਾ ਗਿਆ ਉਹਦਾ ਡਿਫਰੈਂਟ ਕੀਤਾ। ਮਲਟੀਪੌਪ ਕਲੈਕਟਿੰਗ ਈਮੇਲ ਫਰੋਮ ਦਿਸ ਮਲਟੀਪੌਪ ਕਲੈਕਟਡ ਈਮੇਲ ਟੂ ਬੀ ਰਿਮੂਵਡ ਫਰੋਮ ਹੋਸਟ, ਕਹਿੰਦਾ ਈਮੇਲ ਆ ਹੋਸਟ ਤੋਂ ਰਿਮੂਵ ਵੀ ਕਰ ਦਿੰਦੀਆਂ। ਮੈਂ ਕਿਉਂ ਕਰ ਦੇਣੀਆਂ, ਅਸੀਂ ਚੈੱਕ ਬਾਕਸ ਇਸੇ ਪਲੇਸ ਕੀਤਾ ਹੋਇਆ। ਅਟੈਂਪਟਿੰਗ ਮਲਟੀਪੌਪ ਕਨੈਕਸ਼ਨ, ਉਹਨੇ ਕਨੈਕਸ਼ਨ ਬਣਾਇਆ ਵਾ, ਹੋਸਟ ਨੂੰ ਰਿਜ਼ੋਲਵ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਠੀਕ ਹੈ। ਸੋ ਵਟ ਆ ਗਿਆ, ਥੱਲੇ ਆ ਗਿਆ ਯੂਜ਼ਰ ਇਹ ਵਾ, ਉਹ ਯੂਜ਼ਰ ਓਕੇ ਹੋ ਗਿਆ, ਦੈਨ ਪਾਸਵਰਡ ਉਹਦਾ ਇਹ ਵਾ, ਪਾਸਵਰਡ ਓਕੇ ਹੋ ਗਿਆ, ਯੂਜ਼ਰ ਲੌਗਇਨ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਉਹ ਕੀ ਕੀਤਾ, POP3 ਸੈਸ਼ਨ ਕੰਪਲੀਟ ਕਰ ਗਿਆ, ਇਨ ਆਊਟ ਬਾਈਟਸ ਇਨ ਆਊਟ ਬਾਈਟਸ ਲੈ ਕੇ ਪਹਿਲਾ। ਸੈਕਿੰਡ 8:11 ਤੇ ਸਾਡਾ ਸੈਕਿੰਡ ਮਲਟੀਪੌਪ ਕਾਲ ਆਇਆ, ਉਹਦੇ ਵਿੱਚ ਸਾਰਾ ਪ੍ਰੋਸੈਸ ਉਹੀ ਆ, ਪਾਸਵਰਡ ਅਸੀਂ ਚੇਂਜ ਕਰ ਦਿੱਤਾ ਸੀ, ਅਥੈਂਟੀਕੇਸ਼ਨ ਫੇਲ ਕਰ ਗਿਆ। ਸਿੰਗਲ ਯੂਜ਼ਰ ਇਸ ਵਾਰ ਤੋਂ ਸਾਨੂੰ ਕੰਮ ਸਾਡਾ ਆਸਾਨ ਹੋ ਗਿਆ। ਇੱਥੇ ਮਲਟੀਪਲ ਯੂਜ਼ਰਸ ਆਉਂਦੇ, ਮਲਟੀਪਲ ਯੂਜ਼ਰਸ ਦੇ ਬੈਕਐਂਡ ਤੇ ਲੱਗਾ ਹੁੰਦਾ। ਫਿਰ ਕੀ ਤਰੀਕਾ ਕਰ ਰਹੇ, ਕੰਟਰੋਲ F ਅਲੀ ਐਟ, ਇਹ ਤਰੀਕਾ ਹੈਗਾ। ਟਾਈਮ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਟਾਈਮ ਦੇ ਉੱਤੇ, ਲਾਸਟ ਟਾਈਮ ਤੁਸੀਂ ਦੇਖਣਾ, ਤੁਸੀਂ ਲਾਸਟ ਟਾਈਮ ਦੇਖਣਾ, ਆਖਰੀ ਟਾਈਮ ਤੁਸੀਂ ਚੈੱਕ ਕਰਨਾ, ਆਖਰੀ ਟਾਈਮ ਦੇ ਉੱਪਰ ਜਾ ਕੇ ਇਹਦੀ ਅਥੈਂਟੀਕੇਸ਼ਨ ਚੈੱਕ ਕਰਵਾ ਦੇ। ਸੌਰੀ ਡਾਊਨ ਤੇ ਜਾਓ, ਆ ਗਿਆ ਚੈੱਕ ਕਰੋ ਇੱਥੇ ਕੀ ਕਹਿ ਰਿਹਾ, ਇੱਥੇ ਅਥੈਂਟੀਕੇਸ਼ਨ ਫੇਲ ਕਹਿ ਰਿਹਾ। ਦੈਟ ਮੀਨਸ ਇਹਦਾ ਮਲਟੀਪੌਪ ਦਾ ਪਾਸਵਰਡ ਰੋਂਗ ਹੈ, ਜਿਹਦੀ ਵਜ੍ਹਾ ਨਾਲ ਈਮੇਲਾਂ ਫਿਚ ਨਹੀਂ ਕਰ ਰਿਹਾ, ਈਮੇਲਾਂ ਡਾਊਨਲੋਡ ਨਹੀਂ ਕਰ ਰਿਹਾ। ਠੀਕ ਹੋ ਗਿਆ ਸਰ? ਅੱਛਾ, ਇੱਕ ਹੁਣ ਆਖਰੀ ਗਿਆ ਸੀ, ਲੇਕਿਨ ਹੁਣ ਇੱਕ ਆਖਰੀ ਚੀਜ਼ ਰਹਿ ਗਈ ਸੀ, SMTP ਆਊਟ। SMTP ਆਊਟ ਹੋਰ ਲੌਗ ਫਾਈਲ ਚੈੱਕ ਕਰਨੀ ਹੈ। SMTP ਆਊਟ ਇੱਕ ਮੈਂ ਟੈਸਟ ਈਮੇਲ ਸੈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਠੀਕ ਹੈ। ਇਹ ਹੁਣ ਉਹਦਾ ਸੈਸ਼ਨ ਆ, ਮੈਂ ਇੱਕ ਈਮੇਲ ਸੈਂਡ ਹੋ ਗਈ, ਕੱਲ ਨੂੰ ਸੈਂਡ ਕਰਾ ਕੇ ਇਹਨੂੰ ਪ੍ਰੋਪਰ ਨਾ ਫਿਰ ਇੱਕ ਵਾਰੀ ਫਿਰ ਲੌਗ ਪੜ੍ਹ ਕੇ ਦੇਖਾਂਗੇ। ਫਿਲਹਾਲ ਮੈਂ ਸਿਰਫ ਲੌਗ ਚੈੱਕ ਕਰਵਾਉਣਾ ਸੀਗਾ ਕਿ ਇਹਦਾ ਲੌਗ ਕਿਸ ਤਰੀਕੇ ਨਾਲ ਇੱਥੇ ਰਾਈਟ ਡਾਊਨ ਹੋ ਰਿਹਾ। ਕਹਿ ਰਿਹਾ ਇੱਕ ਸੈਸ਼ਨ ਬਿਲਡ ਹੋਣਾ ਚਾਹ ਰਿਹਾ, ਇਹ ਮੈਸੇਜ ਆਈਡੀ PD ਦਿਸ ਮੈਸੇਜ ਆਈਡੀ ਕ੍ਰੀਏਟ ਹੋ ਰਹੀ ਹੈ ਫਰੋਮ ਅਲੀ ਟੂ ਐਸ ਐਡਰੈਸ ਦੇ ਉੱਪਰ, ਸਬਜੈਕਟ ਉਹਦਾ ਟੈਸਟ ਹੈ, ਇਹ ਵੀ ਰੱਖਿਆ ਗਿਆ ਸੀ। ਮੈਸੇਜ ਬਾਈਟਸ ਕਾਊਂਟ ਹੈ ਸੀਗੇ। SMTP ਕਨੈਕਸ਼ਨ ਕਿੱਥੇ ਜਾ ਰਿਹਾ ਵਾ, hotmail.com ਦੇ ਉੱਪਰ, ਠੀਕ ਹੈ। ਰਿਜ਼ੋਲਵ ਕਰਵਾਉਣ ਦੀ ਕੋਸ਼ਿਸ਼ ਕਿਹਨੇ ਕੀਤੀ ਆ, 172 ਸਮਥਿੰਗ ਨੇ, ਠੀਕ ਹੈ। ਕਨੈਕਸ਼ਨ ਸਟੈਬਲਿਸ਼ ਹੋ ਗਿਆ ਵਾ 192 168 174 ਐਸ ਪੋਰਟ ਦੇ ਉੱਪਰੋਂ, ਠੀਕ ਹੈ। ਪੋਰਟਸ ਵੀ ਯਾਦ ਆ ਗਈਆਂ,
ਠੀਕ ਆ, ਕਿਹਦੇ ਨਾਲ? ਇਸ ਦੇ ਐਡਰੈਸ ਦੇ ਨਾਲ। ਇਹ ਕਿਹੜਾ? ਹੌਟਮੇਲ ਦਾ ਐਡਰੈਸ। ਇਹਦੀ ਕਿਹੜੀ ਪੋਰਟ ਯੂਜ਼ ਕਰ ਰਿਹਾ? 25 ਪੋਰਟ ਤੇ ਥਰੋ ਕਰ ਰਿਹਾ। ਇਹ ਮੈਸੇਜ SMTP ਸੈਂਡ ਕਰ ਰਿਹਾ, SMTP ਥਰੋ ਕਰ ਰਿਹਾ, ਇੱਥੋਂ ਉੱਥੇ ਥਰੋ ਕਰ ਰਿਹਾ, 25 ਪੋਰਟ ਤੇ ਯੂਜ਼ ਕਰ 25 ਪੋਰਟ ਤੇ ਸੈਂਡ ਕਰ ਰਿਹਾ। ਠੀਕ ਹੈ, ਮੇਲ ਆਇਆ ਵਾ, ਫਲਾਨਾ ਸਾਈਜ਼ ਆ ਗਿਆ, ਐਰਰ ਦੇ ਗਿਆ। ਇਹ ਐਰਰ ਦੇ ਗਿਆ, ਕਹਿੰਦਾ ਜੀ 550 ਸਰਵਿਸ ਅਨਅਵੇਲੇਬਲ ਕਲਾਇੰਟ ਹੋਸਟ। ਇਹ ਵਾਲਾ PTCL ਦਾ IP ਆ, ਇਹ ਬਲੌਕ ਹੈਗਾ ਏ, ਸਪਾਮ ਹਾਊਸ ਨੇ ਬਲੌਕ ਕੀਤਾ ਹੋਇਆ ਇਹਨੂੰ। ਟੂ ਰਿਕੁਐਸਟ ਫਰੋਮ ਦਿਸ, ਇਹਨੂੰ ਅਨਬਲੌਕ ਕਰਨਾ ਤੇ ਉਹਦਾ ਇਹ ਕੰਮ ਕਰੋ ਪੈਂਦਾ ਜੀ। ਠੀਕ ਹੈ, ਇਹ ਮੇਰਾ ਮੈਸੇਜ ਹੌਟਮੇਲ ਤੇ ਡਿਲੀਵਰ ਨਹੀਂ ਹੋਇਆ, ਐਰਰ ਦੇ ਗਿਆ। ਇਹ ਇਹਦਾ ਲੌਗ ਫਾਈਲ ਪੜ੍ਹਨ ਦਾ ਤਰੀਕਾ ਹੈ। ਤੁਹਾਨੂੰ ਇਸੇ ਹੀ ਫਾਈਲ ਨੇ ਇਸੇ ਜਗ੍ਹਾ ਤੇ ਦੱਸਿਆ ਜਾਣਾ ਕਿ ਈਮੇਲ ਥਰੂ ਹੋਈ ਕਿ ਨਹੀਂ ਹੋਈ। ਇੱਕ ਈਮੇਲ ਟੈਸਟ ਕਰ ਲਓ, ਚਲੋ ਇਹਨੂੰ ਮੁਕਾ ਹੀ ਲਓ, ਅੱਜ ਇਹਦਾ ਹੈ ਥੋੜਾ ਜਿਹਾ ਰਹਿੰਦਾ। ਉਹ ਈਮੇਲ ਦੇ ਉੱਤੇ ਮੈਂ ਇਹਨੂੰ ਕਿਹਾ ਕੋਈ ਈਮੇਲ ਦੱਸਣਾ ਜ਼ਰਾ, ਕੋਜ਼ੀ ਦਾ ਕਿਹੜਾ ਸਰ? ਕੋਈ ਕੋਜ਼ੀ ਦਾ ਕੋਈ ਦੱਸ। imran@cosyint.com TL करता हूँ, मैंने क्या टेस्ट मेल दिस इज माय टेस्ट मैं समझ गया। ओके पेस्ट चलो जो भी ईमेल सर्वर पे आया पहले में डेमन मेरा डेमन के ऊपर SMTP आउट एक ईमेल हो चुकी है। ठीक है, तो ईमेल जी मेरी इतने सैशन में लगी सी, सैशन भी उधर निकल गया उस टाइम। हूँ मैं दोबारा आया, अपनी लॉग फाइल बंद करके यही SMTP आउट की लॉग फाइल में रिफ्रेश करके ओपन किया और मेरा सेकंड सैशन है बनया सी ना। हेलो जी, यस यूजर कहता जी मैं ईमेल सेंड की नहीं गई। मैं कहना मामा आ देख आ की कहता पाया, ये मैं आप नहीं टाइप किया कनेक्शन सक्सेसफुल है, ईमेल डिलीवर हुई, एक्सेप्टेड है। एक्चुअली यह चीज़ ਇਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਇਹ ਚੀਜ਼ ਹੁੰਦੀ। 250 ਐਕਸੈਪਟਡ ਉੱਥੇ ਨਹੀਂ ਸੀ ਆਇਆ, ਉੱਥੇ 550 ਰਿਜੈਕਟਡ ਆਇਆ ਸੀ। ਇਹ 250 ਐਕਸੈਪਟਡ ਆ ਕਿ ਉਹਦੇ ਨਾਲ ਹੈਂਡਸ਼ੇਕ ਹੋਇਆ, ਉਹਦੇ ਨਾਲ ਕਮਿਊਨੀਕੇਸ਼ਨ ਹੋਈ ਔਰ ਉਹਨੇ ਐਕਸੈਪਟ ਕੀਤਾ ਇਸ ਮੈਸੇਜ ਨੂੰ। ਇਸ ਮੈਸੇਜ ਨੂੰ ਉਹਦੇ ਸਰਵਰ ਨੇ ਐਕਸੈਪਟ ਕਰ ਲਿਆ, ਉਹਦੇ ਹੋਸਟਿੰਗ ਸਰਵਰ ਨੇ ਐਕਸੈਪਟ ਕਰ ਲਿਆ ਵਾ। ਹੁਣ ਉਸ ਤੋਂ ਬਾਅਦ ਮੈਸੇਜ ਕਿੱਥੇ ਗਿਆ, ਉਸ ਨੂੰ ਡਿਲੀਵਰ ਨਹੀਂ ਹੋਇਆ। ਅਜੇ ਵੀ ਇਹਦੀ ਫਰਦਰ ਰੀਜ਼ਨਸ ਨੇ, ਇਹਦੀਆਂ ਫਰਦਰ ਰੀਜ਼ਨਸ ਹੋ ਸਕਦੀਆਂ ਨੇ ਕਿ ਉਹਦੀ ਕੁਝ ਸਪੈਮ ਪੋਲਿਸੀਜ਼ ਨਾਲ ਲੱਗੀਆਂ ਹੋਣ। ਸਪੈਮ ਫਿਲਟਰਿੰਗ इंशाल्लाह नेक्स्ट लेक्चर ਦੇ ਵਿੱਚ ਆਪਣੇ ਕ੍ਰੀਏਟ ਕਰਾਂਗੇ। ਉਹ ਸਪੈਮ ਫਿਲਟਰਿੰਗ ਦੇ ਨਾਲ ਫਿਰ ਈਮੇਲਾਂ ਰੋਕ ਕੇ ਦੇਖਾਂਗੇ। ਉਹ ਈਮੇਲ ਉਹਦੀ ਸਪੈਮ ਫਿਲਟਰਿੰਗ ਦੀ ਵਜ੍ਹਾ ਨਾਲ ਇਹ ਸਰਵਰ ਤੇ ਡਿਲੀਵਰ ਹੋ ਗਈ ਹੈ। ਹੁਣ ਤੂੰ ਇੱਥੇ ਝੂਠ ਨਹੀਂ ਬੋਲ ਸਕਦਾ। ਮਤਲਬ ਸਾਡੇ UBL ਦੇ ਵਿੱਚ ਅਕਸਰ ਸਾਡਾ ਫਟਾ ਬਣਿਆ ਰਹਿੰਦਾ। UBL ਦੀ ਸਪੈਮ ਪੋਲਿਸੀ ਬਹੁਤ ਟਾਈਟ ਹੈਗੀ। ਈਮੇਲ ਨਹੀਂ ਡਿਲੀਵਰ ਹੋ ਗਈ ਫਲਾਣਾ, ਪਹਿਲੇ 2-3 ਦਫਾ ਇਹ ਲੌਗ ਫਾਈਲਾਂ ਵੀ ਮੈਂ ਉੱਥੇ ਜਾ ਕੇ ਪੜ੍ਹਨੀਆਂ ਸ਼ੁਰੂ ਕੀਤੀਆਂ ਸੀ ਔਰ ਬਹੁਤ ਕੰਮ ਦੀਆਂ ਸੀ। ਤੁਸੀਂ ਯੂਜ਼ਰ ਨੂੰ ਕਮ ਅਜ਼ ਕਮ ਹਿੱਲਣ ਨਹੀਂ ਦੇ ਸਕਦੇ।